हर बेअंत हों मित कर वरनु, क्या जानू होय कैसो रे। करो बेनती सतगुर अपने, मैं मूरख देहो उपदेसो रे। मैं मूरख की केतक बात है, कोट पराधी तरया रे। गुरु नानक जिन सुनिया पेखिया, से फिर गर्भास न परया रे। गुरु नानक जिन सुनिया पेखिया, से फिर गर्भास न परया रे। जागदी जोत राजान राज, पानान पहान, देवान देव, उपमा महान सतगुरु। धन धन श्री गुरु ग्रंथ साहब महाराज जी दी पावन पाक हजूरी विच मिली हुई सवासां दी पूंजी नूं सकारत ते सफला कर रहे सतसंगी जनों, गुरु महाराज दी मेहर हुई है। लड़ीवार आनंद साहब बाणी दी विचार सरवण करन दा सुभाग समा प्राप्त होया। ਇਹ ਉਹ ਬਾਣੀ ਹੈ ਜਿਹੜੀ ਸਿੱਖ ਦੇ ਹਰ ਇੱਕ ਕਾਰਜ ਵਿੱਚ ਪੜ੍ਹੀ ਜਾਂਦੀ ਹੈ, ਤਾਂ ਕਿ ਸਿੱਖ ਨੂੰ ਇਹ ਚੇਤਾ ਰਹੇ ਕਿ ਤੂੰ ਸੰਸਾਰ ਦੇ ਵਿੱਚ ਆਨੰਦ ਲੈਣ ਵਾਸਤੇ, ਆਨੰਦ ਦੀ ਪ੍ਰਾਪਤੀ ਲਈ ਆਇਆ। ਸਾਨੂੰ ਹਰ ਰੋਜ਼ ਇਹ ਬਾਣੀ ਇਹ ਪ੍ਰੇਰਨਾ ਕਰਦੀ ਹੈ। ਹੁਣ ਤੱਕ ਆਪਾਂ ਰਲ ਮਿਲ ਕੇ 4 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। ਆਓ ਅੱਜ 5ਵੀਂ ਪੌੜੀ ਦਾ ਮੂਲ ਪਾਠ ਕਰਾਂਗੇ। ਸਾਰੀਆਂ ਸੰਗਤਾਂ ਨੇ ਉੱਚੀ ਆਵਾਜ਼ ਦੇ ਵਿੱਚ ਪਾਠ ਕਰਨ ਦੀ ਕਿਰਪਾਲਤਾ ਕਰਨੀ। ਗੁਟਕੇ ਲੈ ਲਓ। ਸੇਵਾਦਾਰ ਜੀ ਨੂੰ ਬੇਨਤੀ ਹੈ ਕਿ ਗੁਟਕੇ ਇੱਥੇ ਰੱਖ ਦਿਓ ਨਿਤਨੇਮ ਵਾਲੇ, ਤਾਂ ਕਿ ਸੰਗਤਾਂ ਨਾਲ ਨਾਲ ਪਾਠ ਉਚਾਰਨ ਕਰਨ ਤੇ ਅਸੀਂ ਰਲ ਮਿਲ ਕੇ ਵਿਚਾਰ ਕਰੀਏ। ਸੋ ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਆਓ ਇਸ ਪੌੜੀ ਦਾ ਪਾਠ ਕਰੀਏ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਆਓ ਰਲ ਮਿਲ ਕੇ ਪਾਠ ਕਰੀਏ ਜੀ। ਫਤਿਹ ਦੀ ਸਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਜੇ ਪੰਚ ਸ਼ਬਦ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਤਿਤ ਕਰ ਅਨਹਦ ਵਾਜੇ ਕਹਿ ਨਾਨਕ ਤਹ ਸੁਖ ਹੋਆ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਤਿਤ ਕਰ ਅਨਹਦ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਬਾਣੀ ਹੈ। ਗੁਰੂ ਸਾਹਿਬ ਜੀ ਆਖ ਰਹੇ ਨੇ ਇਸ ਪੌੜੀ ਵਿੱਚ ਪੰਜ ਸ਼ਬਦ ਤੇ ਅਨਹਦ ਨਾਦ ਕੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਸਿੱਖੀ ਦੇ ਮੂਲ ਅਸੂਲ ਨੂੰ ਨਾ ਸਮਝਦੇ ਹੋਏ ਜਿਹੜੇ ਜੋਗੀਆਂ ਦੇ ਜਾਂ ਸਨਾਤਨ ਦੇ ਅਸੂਲ ਹਨ ਉਹਨਾਂ ਨੂੰ ਫੋਲੋ ਕਰਨ ਲੱਗ ਪੈਂਦੇ ਹਨ, ਉਹਨਾਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ। ਬਹੁਤ ਸਾਰੇ ਸਿੱਖਾਂ ਦੇ ਅੰਦਰ ਐਸਾ ਲੱਗਦਾ ਹੈ ਕਿ ਜਿਹੜੀ ਗੁਰਬਾਣੀ ਵਿੱਚ ਇਹ ਵਿਚਾਰ ਹੈ ਇਹ ਉਹ ਜੋਗੀਆਂ ਵਾਲੇ ਅਨਹਦ ਨਾਦ ਨੇ ਜਾਂ ਉਹ ਪੰਜ ਸ਼ਬਦ ਜੋਗੀਆਂ ਵਾਲੇ ਹਨ। ਪਰ ਗੁਰਮਤ ਨੇ ਜੋ ਵੀ ਸਾਨੂੰ ਪਰੋਸ ਕੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਦੇ ਵਿੱਚ ਬਖਸ਼ਿਆ ਨਾ, ਇਹ ਸਾਨੂੰ ਸਮਝਾਉਣ ਲਈ ਹੈ। ਕੁਝ ਉਦਾਹਰਨਾਂ ਦੇਣੀਆਂ ਪੈਂਦੀਆਂ, ਦੂਜਿਆਂ ਦੇ ਹਵਾਲੇ ਦੇਣੇ ਪੈਂਦੇ ਹਨ। ਹਵਾਲੇ ਤੋਂ ਬਿਨਾਂ ਗੱਲ ਚੱਲਦੀ ਨਹੀਂ। ਜਿਹੜੀ ਗੱਲ ਨੂੰ ਲੋਕ ਸਮਝਦੇ ਹੋਣ ਉਹ ਹਵਾਲੇ ਦੇਣੇ ਪੈਂਦੇ ਹਨ। ਜਿਸ ਤਰ੍ਹਾਂ ਕੋਈ ਬੰਦਾ ਹੋਵੇ ਉਸ ਦੇ ਨਾਲ ਗੱਲਬਾਤ ਕਰਨ ਵਾਸਤੇ ਉਸ ਦੀ ਹੀ ਭਾਸ਼ਾ ਬੋਲਣੀ ਪੈਂਦੀ। ਉਹ ਅੰਗਰੇਜ਼ੀ ਬੋਲੇ, ਤੁਸੀਂ ਪੰਜਾਬੀ ਬੋਲੋ, ਗੱਲ ਨਹੀਂ ਹੋਣੀ। ਉਹ ਫਾਰਸੀ ਬੋਲਦਾ ਹੋਵੇ, ਤੁਸੀਂ ਹਿੰਦੀ ਬੋਲੋ, ਗੱਲ ਹੋਣੀ ਨਹੀਂ। ਦੋ ਬੰਦਿਆਂ ਦੇ ਤਾਲਮੇਲ ਵਾਸਤੇ ਸਾਨੂੰ ਇੱਕ ਦੂਜੇ ਦੀ ਬੋਲੀ ਜਿਹੜੀ ਹੈ ਉਹ ਸਿੱਖਣੀ ਪੈਂਦੀ ਹੈ। ਇਸ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਅੱਜ ਬੜੀ ਡੂੰਘੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਕਿ ਸਾਨੂੰ ਅਸਲ ਗੱਲ ਸਮਝ ਵਿੱਚ ਆ ਜਾਏ। ਇਸ ਪੌੜੀ ਵਿੱਚ ਇਹ ਉਸ ਆਨੰਦਮਈ ਅਵਸਥਾ ਦੇ ਲਖਾਇਕ ਸ਼ਬਦ ਵਰਤੇ ਹਨ, ਪੰਜ ਸ਼ਬਦ ਤੇ ਅਨਹਦ ਸ਼ਬਦ। ਉਹ ਆਨੰਦਮਈ ਅਵਸਥਾ ਜੋ ਜੋਗੀਆਂ ਦੇ ਕਥਨ ਅਨੁਸਾਰ, ਬੜੇ ਧਿਆਨ ਨਾਲ ਗੱਲ ਸਮਝਣੀ ਹੈ। ਇਹ ਪੌੜੀ ਬੜੀ ਡੂੰਘੀ ਹੈ, ਛੇਤੀ ਕਰਕੇ ਵਿਚਾਰ ਸਮਝ ਨਹੀਂ ਆਣੀ। ਇਸ ਕਰਕੇ ਨਾਲ ਨਾਲ ਚੱਲਦੇ ਰਹਿਣਾ, ਸੁਰਤ ਕਰਕੇ, ਤਾਂ ਕਿ ਗੱਲ ਪਕੜ ਵਿੱਚ ਆ ਜਾਏ। ਇਹ ਉਸ ਆਨੰਦਮਈ ਅਵਸਥਾ ਦੇ ਲਖਾਇਕ ਲਫ਼ਜ਼ ਵਰਤੇ ਮਹਾਰਾਜ ਨੇ। ਪੰਜ ਸ਼ਬਦ ਤੇ ਇੱਕ ਸ਼ਬਦ ਆਇਆ ਹੈ ਅਨਹਦ ਵਾਜੇ। ਦੋ ਸ਼ਬਦ ਆਏ ਹਨ ਪੌੜੀ ਵਿੱਚ। ਤੁਸੀਂ ਦੇਖ ਰਹੇ ਹੋਵੋਗੇ ਆਪਣੇ ਗੁਟਕੇ ਦੇ ਵਿੱਚ ਲਾਸਟ ਜਿਹੜਾ ਅੱਖਰ ਹੈ ਅਨਹਦ ਵਾਜੇ ਹੈ ਤੇ ਪਹਿਲਾ ਸ਼ਬਦ ਹੈ ਵਾਜੇ ਪੰਜ ਸ਼ਬਦ। ਹੁਣ ਇਹ ਪੰਜ ਸ਼ਬਦ ਜਾਂ ਅਨਹਦ ਸ਼ਬਦ ਕੀ ਹੈ? ਅਨਹਦ ਵਾਜੇ ਕੀ ਹੈ?
ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇੱਥੇ ਇਹ ਸ਼ਬਦ ਜਿਹੜੇ ਵਰਤੇ ਨੇ, ਕਿਉਂਕਿ ਇਹ ਜੋਗੀਆਂ ਦੀ ਭਾਸ਼ਾ ਵਿੱਚ ਵਰਤੇ ਜਾਂਦੇ ਸਨ। ਜਿਹੜੇ ਜੋਗੀ ਲੋਕ ਸਨ ਨਾ, ਉਹ ਆਪਣੀ ਭਾਸ਼ਾ ਵਿੱਚ ਇਹਨਾਂ ਲਫ਼ਜ਼ਾਂ ਨੂੰ ਵਰਤਦੇ ਸਨ। ਜਦੋਂ ਆਪਾਂ ਜੋਗੀਆਂ ਦੀ ਵਿਚਾਰਧਾਰਾ ਨੂੰ, ਉਹਨਾਂ ਦੀ ਫਿਲੋਸਫੀ ਨੂੰ, ਉਹਨਾਂ ਦੀ ਮਤ ਨੂੰ ਪੜ੍ਹਦੇ ਹਾਂ, ਤਾਂ ਜੋਗੀਆਂ ਦੇ ਕਥਨ ਅਨੁਸਾਰ ਸੁਰਤ ਨੂੰ 5 ਕਿਸਮ ਦੇ ਆਵਾਜ਼ਾਂ ਵਿੱਚੋਂ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ। ਕਿ ਉਹ ਕਹਿੰਦੇ ਨੇ ਕਿ ਸੁਰਤ ਨੂੰ 5 ਕਿਸਮ ਦੀਆਂ ਆਵਾਜ਼ਾਂ ਵਿੱਚੋਂ ਜੋ ਪ੍ਰਾਪਤ ਹੁੰਦਾ ਉਸ ਨੂੰ ਅਨਹਦ ਕਹਿੰਦੇ ਨੇ, ਉਹਨੂੰ 5 ਸ਼ਬਦ ਕਹਿੰਦੇ ਨੇ। ਨਾਦ ਉਪਾਸਨਾ ਵਾਲੇ ਜਿਹੜੇ ਜੋਗੀ ਨੇ, ਕਿਉਂਕਿ ਜੋਗੀ ਵੀ 12 ਫਿਰਕੇ ਨੇ ਜੋਗੀਆਂ ਦੇ, ਇੱਕ ਦੋ ਜੋਗੀ ਦਾ ਫਿਰਕਾ ਨਹੀਂ ਹੈ। 10 ਨਾਮ ਸੰਨਿਆਸੀਆਂ, ਜੋਗੀ 12 ਪੰਥ ਚਲਾਏ। ਸੰਨਿਆਸੀ 10 ਕਿਸਮ ਦੇ ਨੇ, ਜੋਗੀ 12 ਕਿਸਮ ਦੇ ਨੇ, 12 ਫਿਰਕੇ ਨੇ। ਮੈਂ ਸਿਰਫ 2 ਫਿਰਕਿਆਂ ਦੀ ਗੱਲ ਕਰਾਂਗਾ ਤਾਂ ਕਿ ਗੱਲ ਪਕੜ ਵਿੱਚ ਆ ਸਕੇ ਤੁਹਾਡੇ, ਕਿਉਂਕਿ ਜੇ ਖਿਲਾਰਾ ਖਿਲਰ ਗਿਆ ਤਾਂ ਇਹ ਸਮੇਟਣਾ ਬੜਾ ਔਖਾ ਹੈ ਵਿਚਾਰ ਦਾ। ਨਾਦ ਉਪਾਸਨਾ ਵਾਲੇ ਜੋਗੀ ਨੇ, ਇੱਕ ਉਹ ਜੋਗੀ ਨੇ ਜਿਹੜੇ ਕਿ 5 ਕਿਸਮ ਦੇ ਸਾਜ਼ਾਂ ਨੂੰ ਮੰਨਦੇ ਨੇ। ਜਿਹੜੇ ਨਾਦ ਉਪਾਸਨਾ ਵਾਲੇ ਹਠ ਜੋਗੀ ਨੇ, ਹਠ ਕਰਦੇ ਨੇ। ਹਠ ਨੂੰ ਆਪਾਂ ਕਹਿ ਲਈਏ ਜਿੱਦ ਕਰਨੀ। ਤੇ ਉਹਨਾਂ ਦੇ ਸਿਧਾਂਤ ਅਨੁਸਾਰ ਜਿਹੜੇ 5 ਸ਼ਬਦ ਹਨ ਜਾਂ ਅਨਹਦ ਨਾਦ ਹੈ, ਉਹ ਇਸ ਤਰ੍ਹਾਂ ਉਹਨਾਂ ਨੇ ਦਰਸਾਏ ਹਨ, ਇਸ ਤਰ੍ਹਾਂ ਸਮਝਾਏ ਹਨ। ਕਿਉਂਕਿ ਜਿਹੜਾ ਨਾਦ ਉਪਾਸਨਾ ਵਾਲੇ ਨੇ, ਨਾਦ ਨੂੰ ਸੁਣਨਾ, ਨਾਦ ਉਪਾਸਨਾ ਦਾ ਅਰਥ ਹੈ, ਨਾਦ ਦਾ ਅਰਥ ਹੁੰਦਾ ਆਵਾਜ਼, ਆਵਾਜ਼ ਨੂੰ ਸੁਣਨਾ। ਇੱਕ ਤਾਂ ਹੈ ਜੋਗੀਆਂ ਦੇ ਵਿੱਚ ਸੁਰਤ ਨੂੰ 5 ਕਿਸਮਾਂ ਦੀਆਂ ਆਵਾਜ਼ਾਂ ਵਿੱਚੋਂ ਪ੍ਰਾਪਤ ਹੋਣਾ। ਜੋ ਸੁਰਤ ਨੂੰ 5 ਕਿਸਮ ਦੇ ਜਿਹੜੇ ਸਾਜ਼ ਵੱਜਦੇ ਉਹਨਾਂ ਵਿੱਚੋਂ ਪ੍ਰਾਪਤ ਹੋਣਾ, ਉਹਨੂੰ ਉਹ 5 ਸ਼ਬਦ ਕਹਿੰਦੇ। ਸੁਰਤ ਨੂੰ ਜੋ ਸੁਣਦਾ ਹੈ। ਤੇ ਜਿਹੜੇ ਨਾਦ ਜੋਗੀ ਨੇ, ਉਹ ਆਵਾਜ਼ ਵਿੱਚੋਂ ਜੋ ਕੁਛ ਉਹਨਾਂ ਨੂੰ ਸੁਣਾਈ ਦਿੰਦਾ ਹੈ, ਉਹ ਵੀ ਆਵਾਜ਼ ਲੈਂਦੇ ਸਾਜ਼ਾਂ ਦੀ ਹੀ ਹਨ। ਨਾਦ ਲੈ ਦੇ ਤਰੀਕੇ ਅਨੁਸਾਰ ਜੋਗੀ ਜਦੋਂ ਮੁਕਤਾਸਨ ਲਾ ਕੇ ਤੇ ਇਕਾਗਰ ਚਿੱਤ ਹੋ ਕੇ ਬੈਠਦੇ ਹਨ। ਆਪਾਂ ਗੁਰਮਤਿ ਤੱਕ ਆਉਣਾ ਹੈ। ਇਸ ਪੌੜੀ ਨੂੰ ਸਮਝਣ ਵਾਸਤੇ ਮੈਂ ਕੁਝ ਬਾਹਰ ਦੇ ਹਵਾਲੇ ਤੁਹਾਡੇ ਨਾਲ ਸਾਂਝੇ ਕਰ ਰਿਹਾ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਗੁਰਮਤਿ ਦੀ ਵਿਚਾਰ ਸਮਝ ਆ ਸਕੇ। ਤੇ ਜੋਗੀ ਮੁਕਤ ਆਸਨ ਲਾ ਕੇ ਬੈਠਦੇ ਹਨ। ਜਦੋਂ ਉਹ ਬੈਠਦੇ ਹਨ ਤੇ ਉਹ ਇਕਾਗਰ ਚਿੱਤ ਹੋ ਕੇ ਅੱਖਾਂ, ਨੱਕ, ਕੰਨ, ਮੂੰਹ ਬੰਦ ਕਰਕੇ, ਇਹ ਸਾਰੀਆਂ ਚੀਜ਼ਾਂ ਬੰਦ ਕਰ ਲੈਂਦੇ ਹਨ। ਅੱਖਾਂ ਵੀ ਬੰਦ ਕਰ ਲੈਂਦੇ ਨੇ, ਨੱਕ ਨੂੰ ਵੀ ਬੰਦ ਕਰ ਲੈਂਦੇ ਨੇ, ਕੰਨਾਂ ਨੂੰ ਵੀ ਬੰਦ ਕਰ ਲੈਂਦੇ ਨੇ, ਮੂੰਹ ਨੂੰ ਵੀ ਬੰਦ ਕਰ ਲੈਂਦੇ ਨੇ। ਤੇ ਜਿਹੜਾ ਸੱਜਾ ਕੰਨ ਹੈ ਇਹ ਵਾਲਾ, ਇਸ ਕੰਨ ਦੇ ਕੋਲ ਅੰਦਰ ਦੀਆਂ ਆਵਾਜ਼ਾਂ ਸੁਣਦੇ ਹਨ। ਤੇ ਜਿਵੇਂ ਜਿਵੇਂ ਪ੍ਰਾਣ ਅਨਹਦ ਚੱਕਰ ਆਦਿ ਵੱਖ-ਵੱਖ ਸਥਾਨਾਂ ਨੂੰ, ਕਿਉਂਕਿ ਉਹ ਪ੍ਰਾਣ ਕੱਢਦੇ ਨੇ ਧੁਨੀ ਚੋਂ, ਉੱਪਰ ਚਾੜਦੇ ਹਨ ਸਵਾਸਾਂ ਨੂੰ, ਤੇ ਉਹ ਅਨਹਦ ਚੱਕਰ ਆਦਿ ਵੱਖ-ਵੱਖ ਸਥਾਨਾਂ ਨੂੰ ਬਿੰਨ ਕੇ ਉੱਪਰ ਚੜ੍ਹਦੇ ਹਨ। ਆਓ ਕਿ ਜਿਹੜੀ ਅੰਦਰ ਦੀ ਜਿਹੜਾ ਸਾਡਾ ਅਸੀਂ ਸਵਾਸ ਲੈ ਰਹੇ ਨਾ, ਉਹ ਧੁਨੀ ਤੱਕ ਜਾ ਰਿਹਾ। ਉਹ ਧੁਨੀ ਤੋਂ ਫਿਰ ਉੱਪਰ ਨੂੰ ਸਵਾਸ ਚਾੜਦੇ ਹਨ, ਉੱਪਰ ਤੱਕ ਲੈ ਕੇ ਜਾਂਦੇ ਹਨ। ਉਹਨਾਂ ਸਵਾਸਾਂ ਨੂੰ ਇਕੱਠੇ ਕਰਕੇ ਉੱਪਰ ਚਾੜ ਕੇ ਵਾਰੀ-ਵਾਰੀ ਗਹਿਣਿਆਂ ਦੇ ਵੱਖ-ਵੱਖ ਛਨਕਾਰਾਂ ਵਾਂਗ ਆਨੰਦਮਈ ਧੁਨ ਨੂੰ ਅੰਦਰ ਸੁਣਦੇ ਨੇ। ਅੱਖਾਂ ਵੀ ਬੰਦ ਕਰ ਲਈਆਂ, ਕੰਨਾਂ 'ਚ ਵੀ
ਉਹਨਾਂ ਨੇ ਕੁਛ ਨਾ ਕੁਛ ਪਾ ਲੈਣਾ। ਨੱਕ ਵੀ ਹੱਥ ਨਾਲ ਬੰਦ ਕਰ ਲਿਆ, ਮੂੰਹ ਵੀ ਬੰਦ ਕਰ ਲਿਆ। ਫਿਰ ਸੱਜੇ ਕੰਨ ਕੋਲ ਉਹ ਇਸ ਤਰ੍ਹਾਂ ਕਰਕੇ ਨਾ ਸਾਸ ਉੱਪਰ ਚਾੜ ਕੇ, ਸਾਹ ਨੂੰ ਚਾੜ ਕੇ ਫਿਰ ਇੱਥੇ ਆਵਾਜ਼ਾਂ ਸੁਣਦੇ ਹਨ ਜਿਹੜੇ ਹੱਠ ਜੋਗੀ ਹਨ। ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਹਾਂ ਕਿ ਤਾਂ ਕਿ ਸਾਨੂੰ ਗੁਰਮਤਿ ਸਿਧਾਂਤ ਸਮਝ ਆ ਜਾਏ। ਉਹ ਵਾਰੀ ਵਾਰੀ ਗਹਿਣਿਆਂ ਦੀ ਜਿਹੜੀ ਛਣਕਾਰ ਹੈ ਉਸ ਨੂੰ ਉਹ ਧੁਨ ਕਹਿੰਦੇ ਨੇ, ਆਨੰਦਦਾਇਕ ਧੁਨੀ ਕਹਿੰਦੇ ਨੇ। ਉਹ ਕਿਹੜੀ ਕਿਹੜੀ ਚੀਜ਼ਾਂ ਹਨ, ਉਹ ਕਿਹੜੀ ਕਿਹੜੀ ਧੁਨੀ ਸੁਣਦੇ ਹਨ? ਇੱਕ ਧੁਨੀ ਸੁਣਦੇ ਹਨ ਘੜੇ ਦੀ ਆਵਾਜ਼, ਵੀ ਅੰਦਰ ਘੜੇ ਦੀ ਆਵਾਜ਼ ਚੱਲ ਰਹੀ ਹੈ। ਫਿਰ ਭੇਰੀ ਵਰਗਾ ਸ਼ਬਦ, ਢੋਲਕ ਦੀ ਆਵਾਜ਼ ਸੁਣਦੇ ਨੇ। ਫਿਰ ਬਾਅਦ ਦੇ ਵਿੱਚ ਜਦ ਸਹਿਜ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਤਾਂ ਉਹ ਬੰਸਰੀ ਜਾਂ ਬੀਨਾ ਦੀ ਧੁਨੀਆਂ ਉਹਨਾਂ ਨੂੰ ਸੁਣਦੀਆਂ ਹਨ। ਇਹ ਜੋਗੀਆਂ ਦਾ ਇੱਕ ਮੰਨਣਾ ਹੈ ਪੰਜ ਸ਼ਬਦ ਤੇ ਅਨਹਦ ਜਿਹੜਾ ਸ਼ਬਦ ਹੈ। ਜੋਗੀ ਜਦ ਅੰਤ ਵਿੱਚ ਉਨਮਨੀ ਅਵਸਥਾ ਵਿੱਚ ਚਲਾ ਜਾਂਦਾ ਹੈ, ਜਦ ਉਸਦਾ ਸਰੀਰ ਲੱਕੜ ਦੇ ਫੱਟੇ ਸਮਾਨ ਹੋ ਜਾਂਦਾ ਹੈ, ਭਾਵ ਕਿ ਸਖਤ ਹੋ ਜਾਂਦਾ ਹੈ, ਉਹ ਮੁਰਦੇ ਵਾਂਗ ਵਿਚਰਦਾ ਤੇ ਉਹ ਆਪਣੇ ਆਪ ਨੂੰ ਫਿਰ ਮੁਕਤ ਸਮਝਦਾ ਹੈ। ਇਹ ਜੋਗੀਆਂ ਦੀ ਭਾਸ਼ਾ ਵਿੱਚ ਹੈ, ਜੋਗੀਆਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਹੈ। ਇਹ ਜੋਗੀਆਂ ਦੇ ਮੁਤਾਬਿਕ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਸਾਨੂੰ ਸਾਰਿਆਂ ਨੂੰ ਕਿ ਜੋਗੀਆਂ ਦੀ ਬੋਲੀ ਵਿੱਚ ਅਨਹਦ ਸ਼ਬਦ ਉਹ ਆਵਾਜ਼ ਨਹੀਂ ਜੋ ਹੱਥ ਚੋੜ ਤੋਂ ਬਿਨਾਂ ਹੈ, ਕਿਉਂਕਿ ਗੁਰਮਤਿ ਵਿੱਚ ਅਨਹਦ ਦਾ ਅਰਥ ਹੈ ਹੱਥ ਚੋੜ ਤੋਂ ਬਿਨਾਂ ਜਿਹੜੀ ਆਵਾਜ਼ ਸੁਣੇ। ਪਰ ਇਹਨਾਂ ਦੀ ਸਾਰੀ ਜਿਹੜੀ ਆਵਾਜ਼ ਸੁਣਦੇ ਨੇ, ਇਹ ਜਦੋਂ ਕਿਸੇ ਚੀਜ਼ ਦੇ ਉੱਤੇ ਸੱਟ ਵੱਜਦੀ ਹੈ, ਢੋਲਕੀ 'ਤੇ ਥਾਪ ਲੱਗਦੀ, ਆਵਾਜ਼ ਆਉਂਦੀ ਹੈ। ਹਰ ਇੱਕ ਚੀਜ਼ ਜਿਹੜੀ ਉਹ ਸੱਟ ਨਾਲ ਹੈ। ਗੁਰਮਤਿ ਅਨੁਸਾਰ ਜਿਹੜਾ ਅਨਹਦ ਹੈ ਨਾ, ਹੱਥ ਦਾ ਅਰਥ ਹੈ ਚੋੜ ਤੋਂ ਬਿਨਾਂ ਜੋ ਆਵਾਜ਼ ਸੁਣਾਈ ਦੇਵੇ, ਉਹਨੂੰ ਅਨਹਦ ਨਾਦ ਕਹਿੰਦੇ ਹਨ। ਪਰ ਜੋਗੀ ਜਿਹੜਾ ਸੁਣਦੇ ਨੇ ਉਹ ਸਾਜ਼ਾਂ ਦੀ ਆਵਾਜ਼ਾਂ ਸੁਣਦੇ ਹਨ। ਸਗੋਂ ਇਹ ਨਾਮ ਪ੍ਰਾਣ ਤੇ ਅਨਹਦ ਚੱਕਰ ਵਿੱਚ ਹੀ ਬ੍ਰਹਮ ਗ੍ਰੰਥੀ ਨੂੰ ਬਿੰਨ ਕੇ ਇਸ ਦਾ ਨਾਮ ਪੈ ਗਿਆ ਲੱਗਦਾ ਹੈ, ਜੋ ਜੋਗੀਆਂ ਨੇ ਪਾਇਆ ਹੈ, ਜੋ ਉਹਨਾਂ ਨੂੰ ਲੱਗਦਾ ਹੈ ਵੀ ਇਹ ਅਨਹਦ ਨਾਦ ਹੈ। ਪਰ ਸਾਡੀ ਗੁਰਮਤਿ ਫਿਲੋਸਫੀ ਜਿਹੜੀ ਹੈ, ਕਿਉਂਕਿ ਜਿਹੜੇ ਹੱਠ ਜੋਗੀ ਨੇ ਬਿਰਤੀਆਂ ਨੂੰ ਇਕਾਗਰ ਕਰਨ ਲਈ, ਬਿਰਤੀ ਜਿਹੜੀ ਅੰਦਰ ਚੱਲ ਰਹੀ ਵਿਚਾਰਧਾਰਾ ਹੈ, ਜਿਹੜੇ ਅੰਦਰ ਚੱਲ ਰਹੇ ਫੁਰਨੇ ਨੇ, ਸਾਡੇ ਖਿਆਲ ਨੇ, ਉਸ ਨੂੰ ਇਕਾਗਰ ਕਰਨ ਵਾਸਤੇ ਉਹ ਨਾਦ ਦਾ ਆਸਰਾ ਲੈਂਦੇ ਹਨ। ਫਿਰ ਗੱਲ ਨੂੰ ਸਮਝਿਓ, ਜਿਹੜੇ ਜੋਗੀ ਨੇ ਉਹਨਾਂ ਦੇ ਧਰਮ ਗ੍ਰੰਥ ਨੇ, ਉਹਨਾਂ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਜਿਹੜੇ ਜੋਗੀ ਲੋਕ ਨੇ ਉਹ ਆਪਣੀਆਂ ਬਿਰਤੀਆਂ ਨੂੰ, ਆਪਾਂ ਕਹਿੰਦੇ ਨੇ ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਇਹ ਕੀ ਹੁੰਦਾ? ਬਾਰ ਬਾਰ ਸਾਨੂੰ ਕਿਹਾ ਜਾਂਦਾ ਹੈ ਵੀ ਸੁਰਤੀਆਂ ਤੇ ਬਿਰਤੀਆਂ ਇਕਾਗਰ ਕਰੋ। ਕਿਉਂਕਿ ਅਸੀਂ ਬੈਠੇ ਗੁਰਦੁਆਰੇ ਹੁੰਦੇ ਹਾਂ, ਬੈਠੇ ਪਾਠ 'ਚ ਹੁੰਦੇ ਹਾਂ, ਬੈਠੇ ਸਾਧਨਾ ਵਿੱਚ ਹੁੰਦੇ ਹਾਂ, ਸਾਡੀ ਸੁਰਤ ਉੱਥੇ ਨਹੀਂ ਹੁੰਦੀ, ਸਾਡੀ ਬਿਰਤੀ ਕਿਸੇ ਹੋਰ ਪਾਸੇ ਲੱਗੀ ਹੁੰਦੀ। ਇਸ ਕਰਕੇ ਇਹ ਜਿਹੜੇ ਜੋਗੀ ਨੇ ਨਾ, ਇਹ ਕਹਿੰਦੇ ਨੇ ਕਿ ਬਿਰਤੀਆਂ ਨੂੰ ਇਕਾਗਰ ਕਰਨ ਲਈ ਨਾਦ ਦਾ ਆਸਰਾ ਲੈਣਾ ਪੈਂਦਾ, ਨਾਦ ਚਾਹੀਦਾ। ਨਾਦ ਕਿਹੜਾ? ਜਿਹੜਾ ਮੈਂ ਤੁਹਾਨੂੰ ਦੱਸਿਆ, ਘੜੇ ਦੀ ਆਵਾਜ਼, ਭੇਰੀ ਵਰਗਾ ਸ਼ਬਦ, ਢੋਲਕ ਦੀ ਆਵਾਜ਼, ਬੀਨਾ ਜਾਂ ਬੰਸਰੀ ਦੀ ਆਵਾਜ਼, ਇਹ ਪੰਜ ਸਾਜ਼ਾਂ ਦੀ ਆਵਾਜ਼ਾਂ ਸੁਣਦੇ ਨੇ ਅਤੇ ਆਪਣੀਆਂ ਬਿਰਤੀਆਂ ਨੂੰ ਉਹਨਾਂ ਆਵਾਜ਼ਾਂ ਦੇ ਵਿੱਚ ਕਹਿੰਦੇ ਨੇ ਹੁਣ ਬਿਰਤੀਆਂ ਟਿਕ ਗਈਆਂ ਹਨ। ਪਰ ਉਹਦਾ ਜਦੋਂ ਸ਼ੋਰ ਸ਼ਰਾਬਾ ਹੋਏਗਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸਾਡੀ ਬਿਰਤੀ ਟਿਕੀ ਹੈ ਕਿ ਨਹੀਂ ਟਿਕੀ। ਸ਼ੋਰ ਸ਼ਰਾਬਾ ਬੰਦ ਹੋ ਜਾਣਾ, ਤੁਹਾਨੂੰ ਫਿਰ ਪਤਾ ਲੱਗਣਾ ਵੀ ਇਹ ਤਾਂ ਕਿਤੇ ਵੀ ਨਹੀਂ ਟਿਕੀ, ਗੱਲ ਕੋਈ ਬਣੀ ਨਹੀਂ। ਉਹ ਕੇਵਲ ਇੱਕ ਉਹਨਾਂ ਦੇ ਉਸ ਸ਼ੋਰ ਸ਼ਰਾਬੇ ਦੇ ਵਿੱਚ ਆਪਣੇ ਆਪ ਨੂੰ ਗਵਾ ਲੈਂਦੇ ਹਨ, ਇਸ ਤਰ੍ਹਾਂ ਸਮਝ ਲਈਏ। ਪਰ ਗੁਰਮਤਿ ਦੇ ਵਿੱਚ ਜਿਵੇਂ ਹੱਠ ਜੋਗੀ ਬਿਰਤੀਆਂ ਨੂੰ ਇਕਾਗਰ ਕਰਨ ਲਈ ਨਾਦ ਦਾ ਆਸਰਾ ਲੈਂਦੇ ਹਨ, ਤਿਵੇਂ ਜਿਹੜੇ ਗੁਰਸਿੱਖ ਨੇ ਉਹ ਸ਼ਬਦ ਦਾ ਆਸਰਾ ਲੈਂਦੇ ਹਨ। ਕਿਸ ਦਾ ਆਸਰਾ ਲੈਂਦੇ ਨੇ? ਸ਼ਬਦ ਦਾ। ਸ਼ਬਦ ਕੀ ਹੈ? ਬਾਣੀ। ਇਸ ਸ਼ਬਦ ਦਾ ਆਸਰਾ ਲੈਂਦੇ ਨੇ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਨ ਲਈ, ਆਪਣੀ ਸੁਰਤ ਨੂੰ ਇਕਾਗਰ ਕਰਨ ਲਈ। ਇੱਕ ਗੱਲ ਹੋਰ ਚੰਗੀ ਤਰ੍ਹਾਂ ਸਮਝ ਲਓ, ਜੀਵਨ ਵਿੱਚ ਸਿੱਖ ਅਤੇ ਗੁਰੂ ਦਾ ਨਾਤਾ ਹੀ ਸ਼ਬਦ ਅਤੇ ਸੁਰਤ ਦਾ ਨਾਤਾ ਹੈ। ਇਸ ਸਰੀਰ ਦਾ
ਜਾਂ ਉਸ ਸਰੀਰ ਦਾ ਨਾਤਾ ਨਹੀਂ। ਕਿਉਂਕਿ ਸਰੀਰ ਤਾਂ ਅੰਕਾਂ 'ਤੇ ਲਿਖਿਆ ਹੋਏ ਸ਼ਬਦ ਨੇ। ਅਸਲ ਵਿੱਚ ਸ਼ਬਦ ਉਹਨਾਂ ਪੰਨਿਆਂ ਦੇ ਉੱਤੇ ਲਿਖਿਆ ਹੋਇਆ ਜਿਹੜਾ ਸਬਕ ਹੈ ਉਹ ਸਾਡਾ ਗੁਰੂ ਹੈ। ਪੰਨੇ ਗੁਰੂ ਨਹੀਂ ਹਨ, ਰੁਮਾਲੇ ਸਾਡਾ ਗੁਰੂ ਨਹੀਂ ਹਨ, ਚੋਰ ਸਾਹਿਬ ਸਾਡਾ ਗੁਰੂ ਨਹੀਂ ਹੈ। ਸਾਡਾ ਗੁਰੂ ਕੌਣ ਹੈ? ਉਹਨਾਂ ਪੰਨਿਆਂ ਦੇ ਉੱਤੇ ਲਿਖਿਆ ਹੋਇਆ ਜਿਹੜਾ ਸ਼ਬਦ ਹੈ, ਉਹ ਸ਼ਬਦ ਕੀ ਹੈ? ਸਾਡਾ ਗੁਰੂ ਹੈ। ਅਤੇ ਇਹ ਜਿਹੜਾ ਸਰੀਰ ਰੂਪੀ ਢਾਂਚਾ ਹੈ, ਇਹ ਵੀ ਯਾਦ ਰੱਖਣਾ, ਇਹ ਵੀ ਸਿੱਖ ਨਹੀਂ ਹੈ। ਸਿੱਖ ਕੌਣ ਹੈ? ਸਾਡੀ ਸੁਰਤ। ਔਰ ਯਾਦ ਰੱਖਣਾ, ਜੀਵਨ 'ਚ ਜੇ ਸਾਡੀ ਸੁਰਤੀਆਂ ਬਿਰਤੀਆਂ ਸਿੱਖ ਬਣ ਗਈਆਂ ਤਾਂ ਅਸੀਂ ਸਿੱਖ ਪੱਕੇ ਹਾਂ। ਜੇ ਸੁਰਤੀ ਸਿੱਖੀ ਵਿੱਚ ਨਹੀਂ, ਸੁਰਤੀ ਸ਼ਬਦ ਵਿੱਚ ਨਹੀਂ, ਤਾਂ ਸਿੱਖ ਦਾ ਗੁਰੂ ਨਾਲ ਕੋਈ ਨਾਤਾ ਨਹੀਂ ਹੈ। ਹਾਂ, ਦੁਨੀਆਵੀ ਲੋਕਾਂ ਦੇ ਵਾਸਤੇ ਹੋਏਗਾ ਵੀ ਇਹ ਗੁਰਦੁਆਰੇ ਜਾਂਦਾ ਹੈ, ਇਹ ਲੰਗਰ ਕਰਾਉਂਦਾ ਹੈ, ਇਹ ਦੇਗ ਕਰਾਉਂਦਾ ਹੈ, ਇਹ ਸਾਰਾ ਕੁਝ ਕਰਦਾ ਹੈ। ਲੋਕ ਕਹਿਣਗੇ ਸਿੱਖ ਹੈ, ਪਗੜੀ ਬੰਨੀ ਹੋਈ ਹੈ, ਦਾੜੀ ਰੱਖੀ ਹੋਈ ਹੈ, ਸਿੱਖ ਹੈ। ਪਰ ਗੁਰੂ ਨਾਲ ਕੋਈ ਨਾਤਾ ਨਹੀਂ ਹੈ। ਗੁਰੂ ਦਾ ਨਾਤਾ ਹੀ ਸਿੱਖ ਦਾ ਸੁਰਤ ਅਤੇ ਸ਼ਬਦ ਦਾ ਹੈ। ਤਾਂ ਹੀ ਮੰਨ ਕੇ ਸ਼ਬਦ ਗੁਰੂ, ਸੁਰਤ ਤੁਮ ਚੇਲਾ। ਸਿੱਖ ਦਾ ਗੁਰੂ ਜਿਹੜਾ ਉਹ ਸ਼ਬਦ ਹੈ ਅਤੇ ਸਿੱਖ ਦੀ ਸੁਰਤੀ ਚੇਲਾ ਹੈ। ਫਿਰ ਮੈਂ ਬੇਨਤੀ ਕਰਾਂ, ਜਿਵੇਂ ਹੱਠ ਜੋਗੀ ਬਿਰਤੀਆਂ ਨੂੰ ਇਕਾਗਰ ਕਰਨ ਲਈ ਨਾਦ ਦਾ ਸਹਾਰਾ ਲੈਂਦੇ ਹਨ, ਨਾਦ ਦਾ ਆਸਰਾ ਲੈਂਦੇ ਹਨ, ਇਸ ਤਰ੍ਹਾਂ ਜਿਹੜੇ ਗੁਰਸਿੱਖ ਹਨ ਉਹ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਨ ਲਈ ਸ਼ਬਦ ਦਾ ਆਸਰਾ ਲੈਂਦੇ ਹਨ। ਕਿਉਂਕਿ ਸੁਰਤ ਦੇ ਅੰਦਰ, ਤੁਹਾਡੇ ਅੰਦਰ ਜੋ ਜਿਸ ਪਾਸੇ ਤੁਹਾਡੀ ਬਿਰਤੀ ਲੱਗੀ ਹੋਈ ਹੈ, ਉਹ ਵੀ ਉਹ ਸ਼ਬਦ ਹੀ ਨੇ। ਉਹ ਵੀ ਕੋਈ ਹੈ ਗਿਆਨ ਨਹੀਂ ਹੈ, ਉਹ ਸ਼ਬਦਾਂ ਵਿੱਚ ਹੀ ਬਣਿਆ ਹੋਇਆ ਹੈ। ਇਹ ਗੱਲ ਵੱਖਰੀ ਕਿ ਸਾਨੂੰ ਉੱਥੇ ਤੱਕ ਪਹੁੰਚਣਾ ਨਹੀਂ ਆਉਂਦਾ ਹੈ। ਉਹ ਵੀ ਕੋਈ ਗਿਆਨ ਨਹੀਂ ਹੈ। ਆਪਣੇ ਘਰ ਦੀ ਕੋਈ ਗੱਲ ਸੋਚ ਰਹੇ ਤਾਂ ਕਿਸੇ ਸ਼ਬਦਾਂ ਵਿੱਚ ਹੀ ਸੋਚ ਰਹੇ ਨਾ। ਮੇਰਾ ਕਾਰੋਬਾਰ, ਮੇਰਾ ਪਰਿਵਾਰ, ਮੇਰਾ ਘਾਟਾ, ਮੇਰਾ ਵਾਧਾ, ਮੇਰੀ ਇੱਜ਼ਤ, ਮੇਰੀ ਬੇਇੱਜ਼ਤੀ, ਕੀ ਹੈ? ਸ਼ਬਦਾਂ ਦੇ ਖਿਆਲ ਚੱਲ ਰਹੇ ਨੇ ਨਾ। ਜੇ ਇਹਨਾਂ ਸ਼ਬਦਾਂ ਨੂੰ ਛੱਡ ਦਈਏ, ਕੀ ਹੈ ਸਾਡੇ ਕੋਲ? ਇਸ ਕਰਕੇ ਮੈਂ ਸ਼ੁਰੂ 'ਚ ਆਖਿਆ ਸੀ, ਪੌੜੀ ਦੀ ਵਿਆਖਿਆ ਬੜੀ ਔਖੀ ਹੈ ਇਸਦੀ। ਇਹਨੂੰ ਸਮਝਣ ਵਾਸਤੇ ਤੁਹਾਨੂੰ ਦੋਹਰੀ ਇਕਾਗਰਤਾ ਚਾਹੀਦੀ ਹੈ, ਬੜੀ ਇਕਾਗਰਤਾ ਅਤੇ ਸਾਵਧਾਨੀ ਚਾਹੀਦੀ। ਇਸ ਕਰਕੇ ਗੁਰਸਿੱਖ ਕੀ ਕਰਦਾ ਹੈ? ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਨ ਲਈ ਸ਼ਬਦ ਦਾ ਆਸਰਾ ਲੈਂਦਾ ਹੈ। ਜਿਹੜਾ ਆਨੰਦ ਜੋਗੀ 5 ਪ੍ਰਕਾਰ ਦੇ ਸ਼ਬਦਾਂ ਨੂੰ ਸੁਣ ਕੇ ਕਹਿੰਦਾ ਮੈਨੂੰ ਆਨੰਦ ਆ ਗਿਆ, ਜਿਹੜਾ ਜੋਗੀ ਕਹਿੰਦਾ ਮੈਂ ਆਨੰਦ ਮਾਣ ਰਿਹਾ ਹਾਂ, ਆਓ ਕਿ ਘੜੇ ਦੀ ਆਵਾਜ਼ ਨੂੰ ਸੁਣ ਕੇ, ਪੇਰੀ ਵਰਗਾ ਸ਼ਬਦ ਸੁਣ ਕੇ, ਢੋਲਕ ਦੀ ਆਵਾਜ਼ ਸੁਣ ਕੇ, ਬੀਣਾ ਦੀ ਆਵਾਜ਼ ਸੁਣ ਕੇ, ਬੰਸਰੀ ਦੀ ਆਵਾਜ਼ ਸੁਣ ਕੇ ਜਿਹੜਾ ਜੋਗੀ ਕਹਿੰਦਾ ਮੈਨੂੰ ਤਾਂ ਆਨੰਦ ਆ ਗਿਆ, ਬੜੀ ਸੋਹਣੀ ਆਵਾਜ਼ ਸੀ, ਮੈਂ ਅੰਦਰੋਂ ਆਪਣੀ ਆਵਾਜ਼ ਸੁਣ ਲਈ। ਉਹ ਆਨੰਦ ਗੁਰਸਿੱਖ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਪ੍ਰਾਪਤ ਕਰਦੇ ਹਨ। ਉਹ ਜੋ ਆਨੰਦ ਜੋਗੀ ਲੈਂਦਾ ਨਾ ਉਹਨਾਂ ਘੜਿਆਂ ਦੀ ਆਵਾਜ਼ਾਂ ਵਿੱਚੋਂ, ਹੋਰ ਸਾਜ਼ਾਂ ਵਿੱਚੋਂ, ਉਹ ਆਨੰਦ ਗੁਰਸਿੱਖ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਪ੍ਰਾਪਤ ਕਰਦੇ ਹਨ। ਔਰ ਮੈਂ ਇੱਕ ਬੇਨਤੀ ਕਰਾਂ, ਇਹੀ ਕੰਮ ਔਖਾ ਹੈ ਕਿ ਸਾਡੀ ਸੁਰਤ ਦਾ ਸ਼ਬਦ ਨਾਲ ਮਿਲਾਪ। ਗੁਰੂ ਸਾਹਿਬ ਨੇ ਕਿਉਂ ਆਖਿਆ ਵੀ ਜਦੋਂ ਉਸਤਤ ਕਰੇ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨੀ ਵੀ ਚਾਹੀਦੀ ਹੈ ਅਤੇ ਇਕਾਗਰ ਚਿੱਤ ਵੀ ਚਾਹੀਦਾ। ਮੈਂ ਕਈ ਵਾਰੀ ਬੇਨਤੀ ਕਰਦਾ, ਨਵਾਂ ਸਾਈਕਲ ਚਲਾਉਣਾ ਸਿੱਖਣਾ ਹੋਵੇ ਨਾ, ਅਤੇ ਬੰਦੇ ਨੂੰ ਬੜਾ ਧਿਆਨ ਰੱਖਣਾ ਪੈਂਦਾ ਹੈ। ਸਟੇਅਰਿੰਗ ਦਾ, ਅੱਗੇ ਦਾ, ਉਹ ਕਈ ਧਿਆਨ ਰੱਖਦਾ। ਉਸਨੂੰ ਪਤਾ ਜੇ ਧਿਆਨ ਭਟਕਿਆ ਮੈਂ ਵੀ ਡਿੱਗਾਂਗਾ ਅਤੇ ਸਾਈਕਲ ਨੇ ਵੀ ਟੁੱਟ ਜਾਣਾ। ਕਿਸੇ ਨੇ ਨਵੀਂ ਗੱਡੀ ਚਲਾਉਣੀ ਸਿੱਖਣੀ ਹੋਵੇ ਨਾ, ਉਹਨੂੰ ਬੜੀ ਇਕਾਗਰਤਾ ਚਾਹੀਦੀ ਹੈ। ਅੱਗੇ ਦਾ ਵੀ ਧਿਆਨ ਰੱਖਦਾ ਹੈ, ਗੇਅਰ ਕਿੱਥੇ ਨੇ, ਕਲਚ ਕਿੱਥੇ ਹੈ, ਬ੍ਰੇਕਾਂ ਕਿੱਥੇ ਨੇ, ਬੜਾ ਧਿਆਨ ਰੱਖਣਾ ਪੈਂਦਾ। ਉਹਨੂੰ ਪਤਾ ਜੇ ਕਿਤੇ ਥੋੜ੍ਹਾ ਜਿਹਾ ਵੀ ਪੈਰ ਆਸੇ ਪਾਸੇ ਹੋਇਆ, ਮੈਂ ਵੀ ਗਿਆ ਅਤੇ ਗੱਡੀ ਵੀ ਗਈ। ਇਕਾਗਰਤਾ ਚਾਹੀਦੀ ਹੈ। ਇਸ ਤਰ੍ਹਾਂ ਹੀ ਆਪਣੇ ਅੰਦਰ ਦੀ ਸੁਰਤ ਨੂੰ ਅੱਗੇ ਤੋਰਨ ਲਈ ਸਾਨੂੰ ਬੜੀ ਇਕਾਗਰਤਾ ਦੀ ਲੋੜ ਹੈ, ਨਹੀਂ ਤਾਂ ਇਹ ਭਟਕ ਜਾਂਦੀ ਹੈ। ਤੁਸੀਂ ਕਹਿੰਦੇ ਪਾਠ ਕਰਦੇ ਕਿਤੇ ਹੋਰ ਚਲੀ ਜਾਂਦੀ ਹੈ।
ਇਹਦਾ ਕਿੰਨੀ ਸਾਵਧਾਨਤਾ ਚਾਹੀਦੀ ਹੈ। ਉਸ ਵਾਸਤੇ ਫਿਰ ਕੀ ਕਰਨਾ ਹੋਵੇਗਾ ਸਾਨੂੰ। ਮੈਂ ਕਈ ਵਾਰੀ ਬੇਨਤੀ ਕਰਦਾ ਗੁਰਸਿੱਖੋ, ਜੋ ਗੱਲ ਸਮਝ ਵਿੱਚ ਆਈ ਹੈ ਬਾਣੀ ਪੜ੍ਹ ਕੇ, ਸਾਨੂੰ ਫਿਰ ਬਾਣੀ ਉੱਚੀ ਆਵਾਜ਼ 'ਚ ਪੜ੍ਹਨੀ ਚਾਹੀਦੀ ਹੈ। ਬਾਣੀ ਸ਼ੁੱਧ ਪੜ੍ਹਨੀ ਚਾਹੀਦੀ ਹੈ। ਬਾਣੀ ਵਿਚਾਰ ਕੇ ਪੜ੍ਹਨੀ ਚਾਹੀਦੀ, ਕਿਉਂਕਿ ਬਾਣੀ ਉੱਚੀ ਆਵਾਜ਼ 'ਚ ਪੜ੍ਹਾਂਗੇ, ਬਾਣੀ ਵਿਸਰਾਮ ਲਾ ਕੇ ਅਤੇ ਸ਼ੁੱਧ ਪੜ੍ਹਾਂਗੇ, ਬਾਣੀ ਜਿਹੜੀ ਹੈ ਉਹ ਵਿਚਾਰ ਕੇ ਪੜ੍ਹਾਂਗੇ ਅਤੇ ਸਾਡੀ ਸੁਰਤ ਵਿਚਾਰ 'ਚ ਖੁੱਭ ਜਾਏਗੀ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਹੁਣ ਅਸੀਂ ਵਿਚਾਰ ਕੇ ਪੜ੍ਹਦੇ ਨਹੀਂ, ਬਾਣੀ ਸ਼ੁੱਧ ਪੜ੍ਹਦੇ ਨਹੀਂ ਅਤੇ ਸਾਡੀ ਸੁਰਤ ਉੱਥੇ ਰਹਿੰਦੀ ਨਹੀਂ ਹੈ। ਨਾ ਬਾਣੀ ਦਾ ਵਿਸਰਾਮ ਦੇ ਰਹੇ ਹਾਂ, ਨਾ ਬਾਣੀ ਨੂੰ ਉੱਚੀ ਆਵਾਜ਼ ਪੜ੍ਹ ਰਹੇ ਹਾਂ, ਨਾ ਬਾਣੀ ਦਾ ਅਰਥ ਸਮਝ ਰਹੇ ਹਾਂ, ਅਤੇ ਸੁਰਤੀ ਉੱਥੇ ਕਿਤੇ ਟਿਕੇਗੀ? ਕਿਤੇ ਨਹੀਂ ਟਿਕ ਸਕਦੀ ਬਿਲਕੁਲ ਵੀ। ਸਾਡੇ ਭੁਲੇਖੇ ਹੋ ਸਕਦੇ ਜੀਵਨ ਦੇ ਵਿੱਚ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ, ਭਾਈ ਗੁਰਸਿੱਖੋ, ਜਿਵੇਂ ਜੋਗੀ ਆਨੰਦ ਲੈਂਦਾ ਹੈ ਪੰਜ ਸ਼ਬਦ ਸੁਣ ਕੇ, ਉਹ ਕਹਿੰਦਾ ਜੀ ਇਹ ਪੰਜ ਨਾਦ ਸੁਣੇ, ਪੰਜ ਸ਼ਬਦ ਸੁਣੇ, ਮੈਨੂੰ ਆਨੰਦ ਆ ਗਿਆ। ਸਿੱਖ ਨੂੰ ਆਨੰਦ ਆਉਂਦਾ ਹੈ ਜਦੋਂ ਸੁਰਤ ਨੂੰ ਸ਼ਬਦ ਵਿੱਚ ਜੋੜਦਾ ਹੈ, ਸ਼ਬਦ ਸੁਰਤ ਲਾ ਕੇ ਸੁਣਦਾ ਹੈ। ਤੁਸੀਂ ਕਦੀ ਵੀ ਵੇਖਣਾ, ਕੀਰਤਨ ਹੋ ਰਿਹਾ ਹੋਵੇ, ਪਾਠ ਹੋ ਰਿਹਾ ਹੋਵੇ, ਸੁਰਤ ਲਾ ਕੇ ਸੁਣੋ, ਤੁਸੀਂ ਕਹੋਗੇ ਅੱਜ ਬੜਾ ਆਨੰਦ ਆਇਆ, ਅੱਜ ਕਥਾ ਦਾ ਤਾਂ ਆਨੰਦ ਹੀ ਬਣ ਗਿਆ, ਕਿਉਂਕਿ ਅੱਜ ਤੁਸੀਂ ਸੁਰਤ ਲਾ ਕੇ ਸੁਣੀ ਹੈ। ਕਥਾ ਤਾਂ ਰੋਜ਼ ਉਹੀ ਹੁੰਦੀ ਹੈ, ਉਹੀ ਬੰਦਾ ਕਰ ਰਿਹਾ ਹੁੰਦਾ, ਪਰ ਕਈ ਵਾਰੀ ਸੰਗਤ ਕਹਿੰਦੀ ਜੀ ਅੱਜ ਤਾਂ ਬੜਾ ਆਨੰਦ ਆਇਆ। ਆਨੰਦ ਅੱਜ ਨਹੀਂ, ਆਨੰਦ ਰੋਜ਼ ਆਵੇਗਾ, ਕਿਉਂਕਿ ਅੱਜ ਬੜੇ ਆਨੰਦ ਨਾਲ ਸੁਣਿਆ, ਤੁਸੀਂ ਸੁਰਤ ਜੋੜ ਕੇ ਸੁਣਿਆ। ਕਰਨ ਵਾਲਾ ਵੀ ਉਹੀ ਹੈ, ਕਰਾਉਣ ਵਾਲਾ ਵੀ ਉਹੀ ਹੈ, ਸੁਣਨ ਵਾਲਾ ਵੀ ਉਹੀ ਹੈ ਅਤੇ ਸੁਣਾਉਣ ਵਾਲਾ ਵੀ ਉਹੀ ਹੈ, ਕੋਈ ਹੋਰ ਤਾਂ ਹੈ ਨਹੀਂ। ਇਹਦਾ ਅਰਥ ਹੈ ਜੀ ਪਰਮਾਤਮਾ ਹੀ ਕਰਨ ਵਾਲਾ, ਪਰਮਾਤਮਾ ਹੀ ਕਰਾਉਣ ਵਾਲਾ, ਪਰਮਾਤਮਾ ਹੀ ਸੁਣਨ ਵਾਲਾ, ਪਰਮਾਤਮਾ ਹੀ ਸੁਣਾਉਣ ਵਾਲਾ, ਅਤੇ ਪਰਮਾਤਮਾ ਤਾਂ ਉਹ ਕਰ ਰਿਹਾ, ਪਰ ਸਾਡੀ ਸੁਰਤ ਉੱਥੇ ਨਹੀਂ ਹੈ। ਅਸੀਂ ਸੁਰਤ ਲਾ ਕੇ ਸੁਣ ਨਹੀਂ ਰਹੇ। ਹੋਰ ਗੁਰਬਾਣੀ ਵਿੱਚ ਉਸ ਤੋਂ ਉਚੇਚਾ ਅਨਹਦ ਜਾਂ ਪੰਜ ਸ਼ਬਦ ਜਿਹੜਾ ਹੈ ਨਾ, ਹੋਰ ਕਿਸੇ ਆਨੰਦ ਦਾ ਲਖਾਇਕ ਨਹੀਂ, ਇਸੀ ਆਨੰਦ ਦਾ ਲਖਾਇਕ ਹੈ। ਗੁਰਬਾਣੀ ਵਿੱਚ ਪੰਜ ਸ਼ਬਦ ਜਾਂ ਅਨਹਦ ਸ਼ਬਦ ਜਿਹੜਾ ਆਇਆ ਹੈ, ਇਸ ਅਵਸਥਾ ਦਾ ਹੀ ਲਖਾਇਕ ਹੈ ਕਿ ਜਦੋਂ ਸਿੱਖ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਦਾ, ਸ਼ਬਦ ਨੂੰ ਸੁਰਤ ਲਾ ਕੇ ਸੁਣਦਾ ਹੈ, ਅਤੇ ਇਸ ਨੂੰ ਜੋ ਪੰਜ ਸ਼ਬਦ ਕਹਿੰਦੇ ਨੇ, ਇਸ ਨੂੰ ਅਨਹਦ ਨਾਦ ਕਹਿੰਦੇ ਨੇ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਜੋ ਗੁਰ ਸ਼ਬਦ ਅਥਵਾ ਬਾਣੀ ਦਾ ਜਾਂ ਨਾਮੀ ਵਾਹਿਗੁਰੂ ਨਾਲ ਇੱਕ ਸੁਰ ਨਾਲ ਹੋ ਕੇ ਪ੍ਰਾਪਤ ਹੁੰਦਾ। ਜਦੋਂ ਆਪਾਂ ਇੱਕ ਸੁਰ ਹੋ ਜਾਂਦੇ ਨਾ ਵਾਹਿਗੁਰੂ ਨਾਲ, ਵਾਹਿਗੁਰੂ ਜੀ ਦੀ ਬਾਣੀ ਨਾਲ, ਨਾਮ ਨਾਲ ਅਤੇ ਨਾਮੀ ਨਾਲ, ਜਿਸ ਦਾ ਅਸੀਂ ਨਾਮ ਲੈ ਰਹੇ। ਨਾਮੀ ਕੌਣ ਹੈ? ਵਾਹਿਗੁਰੂ। ਨਾਮ ਅਸੀਂ ਵਾਹਿਗੁਰੂ ਰੱਖ ਲਿਆ, ਕਿਹਨੇ ਅੱਲਾ ਰੱਖ ਲਿਆ, ਕਿਹਨੇ ਰਾਮ ਕਹਿ ਦਿੱਤਾ, ਕਿਹਨੇ ਕ੍ਰਿਸ਼ਨ ਕਹਿ ਦਿੱਤਾ, ਕਿਹਨੇ ਕੁਝ ਹੋਰ ਕਹਿ ਦਿੱਤਾ, ਹਰੀ ਕਹਿ ਦਿੱਤਾ। ਨਾਮੀ ਦਾ ਨਾਮ ਰੱਖ ਲਿਆ। ਜਦੋਂ ਨਾਮ ਅਤੇ ਨਾਮੀ ਨਾਲ ਇੱਕ ਸੁਰ ਅਸੀਂ ਹੋ ਜਾਂਦੇ ਹਾਂ, ਉੱਥੋਂ ਪ੍ਰਾਪਤ ਹੋਇਆ ਜਿਹੜਾ ਆਨੰਦ ਹੈ, ਉਹਨੂੰ ਪੰਜ ਸ਼ਬਦ ਕਹਿੰਦੇ ਨੇ, ਉਸ ਨੂੰ ਅਨਹਦ ਨਾਦ ਕਹਿੰਦੇ ਨੇ। ਹੁਣ ਕਈ ਵਾਰੀ ਜਦੋਂ ਤੁਸੀਂ ਪਾਠ ਕਰ ਰਹੇ ਹੁੰਦੇ ਹੋ, ਬਾਣੀ ਪੜ੍ਹ ਰਹੇ ਹੁੰਦੇ ਹੋ, ਤਾਂ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ। ਉਸ ਦਾ ਕਾਰਨ ਵੀ ਪਿਆਰ ਵਾਲਿਓ ਇਹੀ ਹੈ ਕਿ ਅਸੀਂ ਉਸ ਨੂੰ ਅਨੁਭਵ ਨਹੀਂ ਕਰ ਪਾ ਰਹੇ, ਵਾਹਿਗੁਰੂ ਜੀ ਨੂੰ, ਪ੍ਰਭੂ ਸੱਤਾ ਨੂੰ। ਜਦੋਂ ਅਸੀਂ ਇਹ ਗੱਲ ਸੋਚ ਕੇ ਵਿਚਾਰ ਕਰਕੇ ਬਾਣੀ ਪੜ੍ਹਾਂਗੇ ਨਾ ਕਿ ਸਾਡੀ ਤਾਂ ਵਾਹਿਗੁਰੂ ਜੀ ਨਾਲ ਗੱਲਾਂ ਹੋ ਰਹੀਆਂ ਹਨ, ਤਾਂ ਅਸੀਂ ਵਾਹਿਗੁਰੂ ਨਾਲ ਗੱਲਾਂ ਵਿੱਚ ਮਗਨ ਹੋ ਜਾਵਾਂਗੇ। ਹੁਣ ਅਸੀਂ ਕੀ ਕਰ ਰਹੇ ਹਾਂ? ਹੁਣ ਅੰਮ੍ਰਿਤ ਛਕਿਆ ਜੀ, ਪਾਠ ਤਾਂ ਕਰਨਾ ਹੀ ਪਏਗਾ, ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ ਪਏਗਾ, ਸਵੇਰੇ ਨਿਤਨੇਮ ਕਰਨਾ ਪਏਗਾ, ਸੌਣ ਵੇਲੇ ਸੋਹਿਲਾ। ਅਸੀਂ ਬਾਣੀ ਪੜ੍ਹ ਰਹੇ ਹਾਂ ਜਿਵੇਂ ਸਾਡੇ ਉੱਤੇ ਕੋਈ ਬੋਝ ਰੱਖਿਆ ਹੋਇਆ। ਬਾਣੀ ਬੋਝ ਨਹੀਂ ਹੈ। ਸਾਡੇ ਉੱਤੇ ਬੋਰਾ ਨਹੀਂ ਰੱਖਿਆ ਕਣਕ ਦਾ ਸਿਰ ਦੇ ਉੱਤੇ ਵੀ ਇਹਨੂੰ ਲੈ ਕੇ ਤੁਰਨਾ। ਸਗੋਂ ਇਹ ਤਾਂ ਸਾਡਾ ਬੋਝ ਹਟਾਉਣ ਵਾਸਤੇ ਸੀ ਬਾਣੀ ਵੀ, ਜੋ ਅਸੀਂ ਵਿਕਾਰਾਂ ਦਾ, ਦੁਨੀਆਵੀ ਗੱਲਾਂ ਦਾ, ਵਾਸਨਾਵਾਂ ਦਾ ਜੋ ਭਾਰ ਲੱਦਿਆ ਹੋਇਆ ਨਾ, ਇਹਨੂੰ ਪਾਸੇ ਕਰ ਸਕੀ। ਇਹ ਬਾਣੀ ਉਸ ਵਾਸਤੇ ਸੀ।
ਅਸੀਂ ਕਿਸੇ ਹੋਰ ਪਾਸੇ ਤੁਰ ਗਏ। ਸਿੱਖੀ ਦਾ ਬਹੁਤਾ ਅੱਜ ਅਸੀਂ ਦੇਖਦੇ ਪ੍ਰਚਾਰ ਦੀ ਕਮੀ ਨਹੀਂ ਹੈ, ਪਰ ਪ੍ਰਚਾਰ ਜੋ ਸਿੱਖੀ ਦਾ ਸਹੀ ਢੰਗ ਨਾਲ ਹੋਵੇ ਔਰ ਸਿੱਖ ਸਹੀ ਢੰਗ ਨਾਲ ਉਸ ਪ੍ਰਚਾਰ ਨੂੰ ਕਬੂਲ ਕਰ ਲਵੇ। ਕਿਉਂਕਿ ਸੱਚਾ ਜਿਹੜਾ ਗਿਆਨ ਗੁਰਮਤਿ ਦਾ, ਗੁਰੂ ਸਾਹਿਬ ਜੀ ਦੇ ਜਿਹੜੇ ਵਿਚਾਰਧਾਰਾ ਉਹ ਤਾਂ ਸਿੱਖ ਨੂੰ ਪਸੰਦ ਹੀ ਨਹੀਂ ਆਉਂਦੀ। ਉਹ ਤਾਂ ਕੋਈ ਵਿਰਲਾ ਵਿਰਲਾ ਹੀ ਹੈ ਜਿਹੜਾ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ, ਗੁਰੂ ਕੇ ਸਿਧਾਂਤਾਂ ਨੂੰ ਪਸੰਦ ਕਰਦਾ ਵੀ ਮਹਾਰਾਜ ਤੂੰ ਬਿਲਕੁਲ ਠੀਕ ਕਿਹਾ, ਮੈਂ ਗਲਤ ਸੀ, ਤੂੰ ਠੀਕ ਸੀ। ਨਹੀਂ ਸੀ ਕਹਿੰਦੇ ਮਹਾਰਾਜ ਮੈਂ ਤਾਂ ਠੀਕ ਹੀ ਸੀ, ਤੁਸੀਂ ਫਿਰ ਵੀ ਕਹੀ ਜਾਂਦੇ ਇੱਦਾਂ। ਅਸੀਂ ਆਪਣੀ ਵਕਾਲਤ ਕਰਦੇ ਨਾ ਕਈ ਵਾਰੀ। ਇਸ ਕਰਕੇ ਬਾਣੀ ਵਿੱਚ ਅਨਹਦ ਜਾਂ 5 ਸ਼ਬਦ ਜਿਹੜੇ ਨੇ ਨਾ ਉਹ ਪਰਮ ਆਨੰਦ ਦੀ ਅਵਸਥਾ ਦੇ ਲਖਾਇਕ ਹਨ। ਇਹ ਸਮਝ ਲੈਣਾ, ਜਦੋਂ ਸਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ। ਇਹ ਕੇਵਲ ਸੰਕੇਤਕ ਸ਼ਬਦ ਹਨ, ਸੰਕੇਤਕ। ਮਹਾਰਾਜ ਨੇ ਕੇਵਲ ਸੰਕੇਤ ਕੀਤਾ ਹੈ, ਕਿਉਂਕਿ ਇਹ ਜੋਗੀਆਂ ਦੀ ਭਾਸ਼ਾ ਵਿੱਚ ਵਰਤੇ ਜਾਂਦੇ ਸਨ। ਗੁਰੂ ਸਾਹਿਬ ਨੇ ਸੰਕੇਤ ਕਰਕੇ ਦੱਸਿਆ, ਜਿਵੇਂ ਜੋਗੀ ਲੋਕ ਇੱਦਾਂ ਕਰਦੇ ਤੁਹਾਡੇ ਵਾਸਤੇ ਇਹ ਹੈ। ਆਪਾਂ ਕਹਿੰਦੇ ਸੰਕੇਤ ਕਰਕੇ ਕਹਿੰਦੇ ਨਾ, ਗੁਰੂ ਸਾਹਿਬ ਨੇ ਇਹ ਲਫ਼ਜ਼ ਸੰਕੇਤਕ ਵਰਤੇ ਹਨ। ਅਸੀਂ ਜੋਗਿਆਂ ਦੀ ਤਰ੍ਹਾਂ ਕਰਮ ਨਹੀਂ ਕਰਨਾ ਸੀ। ਸਾਡੇ ਬਹੁਤ ਸਾਰੇ ਸਿੱਖ ਕਰ ਰਹੇ ਨੇ, ਮੈਨੂੰ ਆ ਕੇ ਪੁੱਛਦੇ ਨੇ, ਅਸੀਂ ਇੱਥੇ ਜੀ 5 ਸ਼ਬਦ ਸੁਣਦੇ ਹਾਂ, ਹੱਦ ਹੋ ਗਈ। ਕਿਹੜੇ 5 ਸ਼ਬਦ? ਜੀ ਢੋਲਕੀ ਦੀ ਆਵਾਜ਼ ਸੁਣਦੇ ਹਾਂ ਅਸੀਂ ਬੀਨਾ ਦੀ ਆਵਾਜ਼ ਸੁਣਦੇ ਹਾਂ, ਅਸੀਂ ਬੰਸਰੀ ਦੀ ਆਵਾਜ਼ ਸੁਣਦੇ ਹਾਂ। ਇਹ ਜੋਗੀਆਂ ਦਾ ਖਿਆਲ ਹੈ, ਜੋਗੀਆਂ ਦਾ ਸਿਧਾਂਤ ਹੈ। ਸਿੱਖ ਨੇ ਜਦੋਂ ਵੀ ਸੁਰਤ ਨਾਲ ਸੁਣਨਾ ਹੈ, ਗੁਰੂ ਕਾ ਉਪਦੇਸ਼ ਸੁਣਨਾ ਹੈ। ਇਸ ਨੂੰ ਤਾਂ ਮਹਾਰਾਜ ਨੇ ਆਖਿਆ ਸੀ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ 8 ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। 8 ਪਹਿਰ ਕੁਛ ਆਰਾਧਨਾ ਹੈ, ਯਾਦ ਰੱਖਣਾ, ਅਤੇ ਪੂਰੇ ਸਤਿਗੁਰ ਦੇ ਗਿਆਨ ਨੂੰ ਯਾਦ ਰੱਖਣਾ। ਅਤੇ ਅਸੀਂ ਕੀ ਕਰਨਾ ਹੈ? ਜੋਗੀਆਂ ਦੇ ਸ਼ਬਦਾਂ ਨੂੰ ਯਾਦ ਕਰਨਾ, ਜੋ ਜੋਗੀਆਂ ਦੀ ਫਿਲੋਸਫੀ ਹੈ। ਜਾਂ ਤਾਂ ਸਿੱਖ ਕੋਈ ਚੱਲ ਹੀ ਨਹੀਂ ਰਿਹਾ, ਜਿਹੜੇ ਚੱਲ ਰਹੇ ਨੇ ਉਹ ਫਿਰ ਜੋਗੀਆਂ ਵਾਲੇ ਸਿਧਾਂਤ 'ਤੇ ਚੱਲ ਰਹੇ ਨੇ। ਗੁਰਮਤਿ ਵਾਲਾ ਸਿਧਾਂਤ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ। ਬਹੁਤੇ ਤਾਂ ਸਿੱਖ ਚੱਲ ਹੀ ਨਹੀਂ ਰਹੇ ਉਸ ਪਾਸੇ। ਜਿਹੜੇ ਤੁਰਦੇ ਨੇ ਉਹ ਦੂਜਿਆਂ ਦੇ ਸਿਧਾਂਤ ਨੂੰ ਕਬੂਲ ਕਰ ਲੈਂਦੇ ਹਨ। ਇੱਕ ਗੁਰਸਿੱਖ ਆਇਆ, ਮੈਨੂੰ ਪੁੱਛਦਾ, ਜੀ ਮੈਂ ਸਵੇਰੇ 3 ਵਜੇ ਉੱਠਦਾ ਹਾਂ, ਦੱਸੋ ਮੈਂ ਕੋਈ ਗਲਤ ਤਾਂ ਨਹੀਂ ਕਰ ਰਿਹਾ? ਮੈਂ ਸਵੇਰੇ ਉੱਠ ਕੇ ਨਾ ਇੱਥੇ ਆਵਾਜ਼ਾਂ ਸੁਣਦਾ ਹਾਂ। ਪਹਿਲਾਂ 1 ਘੰਟਾ ਆਵਾਜ਼ਾਂ ਸੁਣਦਾ, ਫਿਰ ਵਾਹਿਗੁਰੂ ਵਾਹਿਗੁਰੂ ਕਰਦਾ। ਉਸ ਤੋਂ ਬਾਅਦ 5 ਵੱਜ ਜਾਂਦੇ ਨੇ, ਮੇਰੇ ਸਿਰ 'ਚ ਦਰਦ ਹੋਣ ਲੱਗ ਪੈਂਦਾ। ਬਾਕੀ ਕਮਾਲ ਦੀ ਗੱਲ ਹੈ ਵੀ ਵਾਹਿਗੁਰੂ ਕਹਿਣ ਵਾਲੇ ਦੇ ਸਿਰ ਦਰਦ ਹੋ ਜਾਂਦਾ। ਅਸਲ ਵਿੱਚ ਕੀ ਹੋ ਰਿਹਾ ਹੈ ਸਾਡੇ ਨਾਲ? ਅਸੀਂ ਆਪਣੇ ਦਿਮਾਗ ਦੇ ਉੱਤੇ ਜਦੋਂ ਜ਼ਿਆਦਾ ਜ਼ੋਰ ਪਾ ਕੇ ਉਹ ਆਵਾਜ਼ਾਂ ਸੁਣਨ ਦਾ ਯਤਨ ਕਰਦੇ ਹਾਂ, ਅਤੇ ਦਿਮਾਗ ਦੀ ਇੱਕ ਤਾਕਤ ਹੈ, ਕਿਸੇ ਲਿਮਿਟ ਹੈ, ਉੱਥੇ ਤੱਕ ਮਤਲਬ ਇਹ ਸੋਚ ਸਕਦਾ ਹੈ। ਆਪਾਂ ਜ਼ਿਆਦਾ ਸੋਚਦੇ ਹਾਂ ਤਾਂ ਸਿਰ ਦਰਦ ਹੋਣਾ ਹੀ ਹੋਣਾ। ਮੈਂ ਉਹਨੂੰ ਫਿਰ ਦੱਸੀ ਸਾਰੀ ਗੱਲ, ਮੈਂ ਕਿਸ ਤਰ੍ਹਾਂ ਹੁੰਦਾ ਹੋਣਾ? ਕਹਿੰਦੇ ਹਾਂ। ਮੈਂ ਕਿ ਛੱਡ ਕੇ ਵੇਖ, ਬਾਣੀ ਪੜ੍ਹ ਕੇ ਵੇਖ, ਉੱਡ ਜਾਂਦਾ। ਮੁਬਾਰਕ ਹੈ। ਸੁਖਮਨੀ ਸਾਹਿਬ ਪੜ੍ਹ ਅਰਥਾਂ ਨਾਲ, ਨਿਤਨੇਮ ਕਰ ਅਰਥਾਂ ਸਮੇਤ। ਫਿਰ ਮੈਨੂੰ ਆ ਕੇ ਦੱਸੀ ਵੀ ਹੁਣ ਠੀਕ ਹੈ ਜਾਂ ਪਹਿਲਾਂ ਠੀਕ ਸੀ। ਕਹਿੰਦਾ ਮੈਨੂੰ ਤਾਂ ਫਲਾਣੇ ਬਾਬੇ ਨੇ ਦੱਸਿਆ ਸੀ। ਮੈਂ ਕਿਹਾ ਅਸੀਂ ਬਾਬਿਆਂ ਦੇ ਪਿੱਛੇ ਤਾਂ ਗੁੰਮਰਾਹ ਹੋ ਰਹੇ। ਬਾਬੇ ਤਾਂ ਆਪ ਜੋ ਗੁੰਮਰਾਹ ਹੋਏ ਹੋਏ ਨੇ, ਸਾਡੇ ਬਾਬੇ ਆਪ ਗੁੰਮਰਾਹ ਨੇ। ਉਹਨਾਂ ਨੂੰ ਆਪ ਦੂਜੇ ਪਾਸੇ ਤੁਰੇ ਹੋਏ ਨੇ। ਗੁਸਤਾਖੀ ਮਾਫ਼ ਕਰਨਾ। ਜਿਤਨਾ ਸਿੱਖੀ ਨੂੰ ਸਾਡੇ ਬਾਬਿਆਂ ਨੇ ਕਰਮ ਕਾਂਡਾਂ 'ਚ ਪਾਇਆ ਹੈ, ਉਹਨਾਂ ਕਿਸੇ ਨੇ ਨਹੀਂ ਪਾਇਆ। ਅਸੀਂ ਜੋ ਬਾਬਾ ਕਿਸੇ ਨੇ ਕਹਿ ਦਿੱਤਾ ਵੀ ਸਾਡੇ ਬਾਬਾ ਜੀ ਇਹ ਕਹਿੰਦੇ ਨੇ, ਉਹ ਤੇਰਾ ਬਾਬਾ ਤਾਂ ਗੁਰੂ ਗ੍ਰੰਥ ਸਾਹਿਬ ਜੀ। ਤੂੰ ਕਦੋਂ ਤੇਰਾ ਦੂਜਾ ਬਾਬਾ ਬਣ ਗਿਆ? ਸਾਡਾ ਸਭਨਾਂ ਦਾ ਸਾਂਝਾ ਬਾਬਾ ਇੱਕੋ ਹੀ ਹੈ, ਗੁਰੂ ਗ੍ਰੰਥ ਸਾਹਿਬ ਜੀ। ਪਰ ਹਰ ਇੱਕ ਨੇ ਆਪਣਾ ਆਪਣਾ ਬਾਬਾ ਬਣਾਇਆ। ਸਾਡੀ ਕੁਲ ਦਾ ਬਾਬਾ, ਸਾਡੇ ਧਰਮ ਦਾ ਬਾਬਾ, ਸਾਡੇ ਪਰਿਵਾਰ ਦਾ ਬਾਬਾ। ਹੱਦ ਹੋ ਗਈ। ਗੁਰੂ ਸਾਹਿਬ ਤਾਂ ਇੱਕੋ ਹੀ ਬਾਬਾ ਦੇ ਕੇ ਗਏ ਨੇ, ਆਗਿਆ ਪਹੀ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਗੁਰੂ ਮਾਨਿਓ। ਇੱਕੋ ਹੀ ਬਾਬਾ ਦਿੱਤਾ ਸਾਨੂੰ ਤੇ। ਇਸ ਕਰਕੇ ਜੋਗੀਆਂ ਦੇ ਹਟ ਕਰਮਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਸਿੱਖੀ ਦੇ ਅੰਦਰ। ਔਰ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਆਪਣੇ ਬਚਨ ਨੇ ਮਨ ਦੇ ਹਟ ਨਾਲ ਕੀਤੇ ਹੋਏ ਕਰਮਾਂ ਬਾਰੇ। ਤੀਜੇ ਗੁਰਦੇਵ ਆਖਦੇ ਨੇ, ਮਨ ਹਟ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਤੁਸੀਂ ਮਨ ਹਟ ਕਰੋਗੇ, ਕਰਮ ਕਮਾਓਗੇ,
थक जाओगे, रब की प्राप्ति या सच की प्राप्ति नहीं होनी, सच की सोझी नहीं होनी, जीवन जाच प्राप्त नहीं होनी। जो जीवन जाच सानू चाहिदी है, परिवार च किवें रहना है, संसार च किवें विचरना है, जीवन विच हर वेले दुख सुख दे विच इकसारता किवें आनी है, हट कर्म करके नहीं होनी। कोई बंदा कहे भी मैं साल दे विच कपड़ों तो बिना गुरुद्वारे जाना, कोई आखे मैं पैरों च जोड़ा ही नहीं पाता, किदां रब मिल जाएगा? जोड़े पाने दे नाल सुरत ते शब्द का की लिंक है? जोड़ा ना पाना या पाण नाल की लिंक है? दसो, है कोई लिंक? गुरु अमरदास महाराज ने आख्या, मन हट किनै न पायो, सब थके कर्म कमाए, मन हठ भेक कर भरम दे, दुख पाया दूजे पाए। जदों असीं दूजे दे प्रेम च हुंदे ना, कर्मां दे चक्कर च पै जांदे हाँ, मन हट कर्मां दे नाल प्यार कर लैंदे आ, सानूं कर्म बड़े प्यारे लगन लग पैंदे ने, दुखी हुंदे आ असीं। मैं तो गुरुद्वारे रोज़ आंदा सी, मैं तो रोज़ पाठ करदा सी, मैनूं वाहिगुरू दुखी देई जा रहे हैं। वाहिगुरू क्यों दुख देणगे? कोई अपने बच्चों नूं दुख देंदा? असीं वाहिगुरू दे बच्चे हाँ, वाहिगुरू क्यों सानूं दुख देगा? साडे कर्म इदां दे रहे ने, गुस्ताखी माफ़ करना। इस करके गुरुदेव ने इस पौड़ी विच सानूं ये दर्शाया है कि वो जिहड़ा घर है ना, किहड़ा घर? हिरदा घर। वाजे पंच शब्द तित घर सभागै। घर का अर्थ है हिरदा रूपी घर, सभागै का अर्थ है भागां वाला, भागां सहित। वही हिरदा रूपी घर भागां वाला है। किहड़ा? वाजे पंच शब्द। आओ कि जिमें जोगी पंच शब्द सुन के आनंद माणने ने, सिख गुरु के शब्द नूं सुन के वो आनंद माणदा है। आओ कि इस तरह की अवस्था उन्होंने प्राप्त हो गई, जिथे नाम सिमरन द्वारा प्रभु सत्ता नाल। देखो, नाम सिमरन करन दा अर्थ, नाम अभ्यासी होने का अर्थ, बाणी दे अभ्यासी होने का अर्थ यही है कि प्रभु सत्ता दे नाल असी जुड़ना है। असल में जदों आपां उस सत्ता दे नाल, उस शक्ति नाल जुड़ जाते हाँ, तो वख-वख पंज साजां दियां मिलवियां सुरां वाला आनंद प्राप्त होंदा है। जिवें कि जोगियां नूं उन्हां पंज नादां विचों हुंदा है, पंज आवाज़ां विचों हुंदा है, सानूं प्रभु सत्ता नाल जुड़ के वो आनंद की प्राप्ति होंदी है। जो जोगी पंज शब्द सुन के आनंद लैंदे ना, सिख परमात्मा नाल सुरत जोड़ के, प्रभु सत्ता नाल सुरत जोड़ के उस तरह का आनंदित होंदा है। और जब ऐसी अवस्था च गुरसिखों पहुँचांगे, ऐसी अवस्था विच काम क्रोध जिहड़े कहंदे ने बार बार बाणी कहंदी तेरे वैरी हन, ये वस विच आ जाते हैं, काबू विच आ जाते हैं, कंट्रोल हो जाते हैं। कई बार असीं कह जाते भी इन्हां नूं मार देना चाहिए, मारने नहीं हैं। घोड़े ते सवारी करनी, मार दोगे तो तुसी असवारी नहीं कर सकते। घोड़े नूं नथ पानी है, लगाम पा के काबू च करना है। तुसी कहो घोड़ा मार दईए, असवारी किवें करोगे? बहुत सारे लोग अज प्रचारक कही जाते भी पंज विकारां नूं मारो जी, मारने नहीं हैं, इन्हां नूं काबू विच करना है, कंट्रोल विच करना है। इन्हां ने ही प्रेम रूप बनना है, काम ने प्रेम रूप बनना है जदों कंट्रोल च आ जाएगा। क्रोध ने साडा जीवन सवारना जदों ये कंट्रोल च आ जाएगा। ये पंज विकार जदों साडे काबू विच आ गए ना, अहंकार जिहड़ा सैल्फ कॉन्फिडेंस बनेगा। पहला अहंकार करदा सी, हुण आत्म विश्वास चेंज हो गया है, वही है पर हुण आत्म विश्वास बन गया जीवन का, हुण क्योंकि उसनूं काबू विच कर लिया है। इस करके गुरुदेव पिता कहते जदों तू इस अवस्था ते पहुँचेगा ना, तो उस वेले एक काम आदिक जिहड़े ने ये पंज विकार वस विच आ जाणगे। मौत का जिहड़ा डर है खत्म हो जाएगा जीवन च। क्योंकि गुरु अर्जन देव जी महाराज ने सानू बाणी विच दर्शाया है कि ये जिहड़े पंज विकार ने ना, ये बड़े बड़े सूरमे ने, थानू भी सूरनवा बनना पएगा। असीं कहंदे असीं तो इन्हां दे अगे हार जांदे हाँ, क्योंकि असीं कमज़ोर हाँ, ये तकड़े ने।
ਹਾਰਨ ਦਾ ਕਾਰਨ ਹੋਰ ਕੁਛ ਨਹੀਂ। ਹਾਰਦਾ ਕੌਣ ਹੈ? ਜਿਹੜਾ ਕਮਜ਼ੋਰ ਹੋਵੇ। ਤਕੜਾ ਹਰਾ ਦਿੰਦਾ ਹਲਕੇ ਨੂੰ, ਕਮਜ਼ੋਰ ਨੂੰ। ਤੇ ਗੁਰਦੇਵ ਪਿਤਾ ਆਖਦੇ ਨੇ ਕਿ ਇਹ ਸੂਰਮੇ ਵੀ ਨੇ ਤੇ ਮੁਹਕਮ ਫੌਜ ਹਟੱਲੀ ਵੀ ਹੈ, ਬੜੇ ਹੱਠੀ ਨੇ, ਛੇਤੀ ਕਰਕੇ ਕਾਬੂ ਨਹੀਂ ਆਉਂਦੇ। ਇਹਨਾਂ ਨੂੰ ਵਸ ਕਰਨ ਦਾ ਇੱਕੋ ਇੱਕ ਸਾਧਨ ਹੈ, ਉਹ ਹੈ ਸਾਧ ਸੰਗਤ। ਜਿੱਥੇ ਤੁਸੀਂ ਹੁਣ ਬੈਠੇ ਹੋ, ਮੈਨੂੰ ਨਹੀਂ ਲੱਗਦਾ ਜਿਹੜਾ ਸੁਰਤ ਕਰਕੇ ਸਿੱਖ ਬੈਠਾ ਹੋਵੇ, ਕਿਸੇ ਦੇ ਮਨ ਵਿੱਚ ਹੁਣ ਕਾਮ ਆ ਰਿਹਾ ਹੋਵੇ, ਕਿਸੇ ਦੇ ਮਨ 'ਚ ਕ੍ਰੋਧ ਆ ਰਿਹਾ ਹੋਵੇ, ਕਿਸੇ ਦੇ ਮਨ 'ਚ ਕੋਈ ਲੋਭ ਹੋਵੇ, ਕਿਸੇ ਦੇ ਮਨ 'ਚ ਕੋਈ ਮੋਹ ਹੋਵੇ, ਕਿਸੇ ਨੂੰ ਹੁਣ ਇਸ ਵੇਲੇ ਹੰਕਾਰ ਹੋਵੇ, ਤੁਹਾਡੇ ਵਿੱਚੋਂ ਕੋਈ ਵੀ ਨਹੀਂ ਹੋਏਗਾ, ਇੱਕ ਵੀ ਨਹੀਂ। ਇਸ ਨੂੰ ਹੀ ਗੁਰਦੇਵ ਨੇ ਆਖਿਆ, ਚਾਰ ਵਰਨ ਚੂਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਦੇ, ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋਹਿ ਛਲੀ ਦੇ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਦੇ, ਵੱਡੀ ਕੌਮ ਵਸ ਭਾਗੈ ਨਾਹੀ ਮੁਹਕਮ ਫੌਜ ਹਟੱਲੀ ਦੇ, ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੇ ਚੱਲੀ ਦੇ। ਯਾਦ ਰੱਖਣਾ, ਜਦੋਂ ਸਾਧ ਸੰਗਤ ਕਰਦੇ ਹਨ ਤੇ ਇਹਨਾਂ ਦਾ ਦਲ ਕਮਜ਼ੋਰ ਪੈ ਜਾਂਦਾ ਹੈ, ਕਿਉਂਕਿ ਅਵਰ ਪੰਚ ਹਮ ਏਕ ਜਨਾ, ਅਸੀਂ ਇੱਕ ਹੀ ਹਾਂ, ਸਾਡੀ ਆਤਮਾ ਇੱਕੋ ਹੀ ਹੈ, ਸਾਡੀ ਸੁਰਤ ਇੱਕੋ ਹੀ ਹੈ, ਸਾਡਾ ਮਨ ਇੱਕੋ ਹੀ ਹੈ। ਇਹ ਪੰਜਾਂ ਦੀ ਫੌਜ ਹੈ। ਅਵਰ ਪੰਚ ਹਮ ਏਕ ਜਨਾ ਕਿਉ ਰਾਖੈ ਕਰ ਬਾਰ ਮਨਾ। ਇਸ ਹਿਰਦੇ ਰੂਪੀ ਘਰ ਨੂੰ ਕਿਵੇਂ ਅਸੀਂ ਬਚਾ ਕੇ ਰੱਖੀਏ? ਇਹ ਛੱਡਦੇ ਥੋੜ੍ਹੀ ਹਿਰਦੇ ਰੂਪੀ ਘਰ ਨੂੰ, ਕਿਉਂਕਿ ਇਹ ਪੰਜ ਨੇ, ਅਸੀਂ ਇਕੱਲੇ ਹਾਂ, ਮੁਕਾਬਲਾ ਨਹੀਂ ਹੋ ਪਾਉਂਦਾ। ਅਸੀਂ ਤਾਂ ਵੈਸੇ ਹੀ ਇਹਨਾਂ ਦੇ ਅੱਗੇ ਟੈਟੇਰੀ ਹੋ ਜਾਂਦੇ ਹਾਂ। ਕਾਮ ਆ ਗਿਆ, ਉਹਦੇ ਅੱਗੇ ਝੁਕ ਗਏ। ਕ੍ਰੋਧ ਆਇਆ, ਕ੍ਰੋਧ ਦੇ ਅੱਗੇ ਅਸੀਂ ਆਪਣੇ ਆਪ ਨੂੰ ਸੁੱਟ ਦਿੱਤਾ। ਲੋਭ ਆਇਆ, ਲੋਭ ਦੇ ਅੱਗੇ ਸੁੱਟ ਦਿੱਤਾ। ਮੋਹ ਆਇਆ, ਮੋਹ ਦੇ ਉੱਤੇ ਸੁੱਟ ਦਿੱਤਾ। ਹੰਕਾਰ ਆਇਆ, ਹੰਕਾਰ ਦੇ ਅੱਗੇ ਬੇਵੱਸ ਹੋ ਗਏ ਸੀ। ਇਹੀ ਹਾਲਤ ਹੈ ਨਾ ਸਾਡੀ ਸਾਰਿਆਂ ਦੀ। ਇਸ ਕਰਕੇ ਗੁਰਦੇਵ ਪਿਤਾ ਕਹਿੰਦੇ ਸਾਧ ਸੰਗਤ ਦੀ ਪ੍ਰਾਪਤੀ ਨਾਲ, ਜਦੋਂ ਸਾਧ ਸੰਗਤ ਦੇ ਵਿੱਚ ਆਉਂਦੇ ਆ, ਨਾਮ ਉੱਥੇ ਮਿਲਦਾ ਹੈ, ਰੱਬੀ ਹੁਕਮ ਦੀ ਸੂਝ ਪੈਦਾ ਹੁੰਦੀ ਹੈ, ਤਾਂ ਫਿਰ ਇਹ ਕਾਬੂ ਵਿੱਚ ਆ ਜਾਂਦੇ ਨੇ, ਕੰਟਰੋਲ 'ਚ ਆ ਜਾਂਦੇ ਨੇ। ਕਿਉਂਕਿ ਸਾਧ ਸੰਗਤ ਵਿੱਚੋਂ ਹਰੀ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਅਤੇ ਉਸ ਬਖਸ਼ਿਸ਼ ਦੇ ਨਾਲ ਜੇ ਧੁਰੋ ਬਖਸ਼ਿਸ਼ ਦਾ ਇੱਕ ਕਿਨਕਾ ਵੀ ਸਾਡੇ ਭਾਗਾਂ 'ਚ ਆ ਗਿਆ ਨਾ, ਉਹਦੀ ਬਖਸ਼ਿਸ਼ ਦਾ, ਉਹਦੀ ਕਿਰਪਾ ਦਾ, ਕਿਰਪਾ ਤੋਂ ਬਿਨਾਂ ਨਹੀਂ, ਇਹ ਗੱਲ ਸਮਝ ਲੈਣਾ, ਤਾਂ ਸਾਡਾ ਜੀਵਨ ਸਕਾਰਤ ਨਹੀਂ ਹੋਣਾ। ਔਰ ਕਬੀਰ ਸਾਹਿਬ ਨੇ ਤਾਂ ਬੜਾ ਸੋਹਣਾ ਬਿਆਨ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਦੀ ਸਹਾਇਤਾ ਅਤੇ ਬਖਸ਼ਿਸ਼ ਤੋਂ ਬਿਨਾਂ, ਜੇ ਵਾਹਿਗੁਰੂ ਸਹਾਇਤਾ ਨਾ ਕਰੇ ਸਾਡੀ, ਵਾਹਿਗੁਰੂ ਜੀ ਬਖਸ਼ਿਸ਼ ਨਾ ਕਰਨ, ਉਸ ਤੋਂ ਬਿਨਾਂ ਕਾਰਨ ਅਤੇ ਕਾਰਜ ਦੀ ਬੇਰਸੀ ਨੂੰ, ਜਿਹੜੀ ਸਾਡੀ ਬੇਵਸੀ ਹੈ, ਆਪਾਂ ਕਹਿੰਦੇ ਕਾਰਨ ਕੀ ਹੋਇਆ ਪਤਾ ਨਹੀਂ ਲੱਗਿਆ, ਕਾਰਜ ਕਿਉਂ ਨਹੀਂ ਪੂਰਾ ਹੋਇਆ। ਦੋ ਚੀਜ਼ਾਂ ਨਾ, ਅਸੀਂ ਬੇਵਸ ਹੋ ਜਾਂਦੇ ਹਾਂ ਵੀ ਕੀ ਕਾਰਨ ਹੋ ਰਿਹਾ, ਕੰਮ ਨਹੀਂ ਬਣ ਰਿਹਾ। ਉੱਥੇ ਸਾਡੀ ਬੇਵਸੀ, ਅਸੀਂ ਕਹਿੰਦੇ ਬੇਵਸ ਹੋ ਗਏ ਸੀ। ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਬੇਵਸ ਹੋ ਗਏ ਇਸ ਕੰਮ ਦੇ ਅੱਗੇ। ਉਸ ਨੂੰ ਵੀ ਕਬੀਰ ਸਾਹਿਬ ਨੇ ਬੜੇ ਸੋਹਣੇ ਅਲਫਾਜ਼ਾਂ ਵਿੱਚ ਆਖਿਆ ਕਿ ਕਬੀਰ ਕਾਰਨ ਵਪੜਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਇ। ਕਾਰਨ ਕੀ ਕਰੇਗਾ ਵਪੜਾ ਵਿਚਾਰਾ, ਜਦੋਂ ਤੱਕ ਪਰਮਾਤਮਾ ਮਦਦ ਨਾ ਕਰੇ। ਕਈ ਵਾਰੀ ਬੰਦਾ ਕਹਿੰਦਾ ਸਾਰੇ ਕੰਮ ਹੋ ਗਏ ਸਨ, ਕੰਮ ਸਾਰਾ ਹੋ ਹੀ ਗਿਆ ਸੀ, ਪਤਾ ਨਹੀਂ ਫਿਰ ਵੀ ਕੰਮ ਨਹੀਂ ਹੋਇਆ, ਬਸ ਥੋੜ੍ਹੇ ਜਿਹੇ ਨੰਬਰਾਂ ਤੋਂ ਫੇਲ ਹੋ ਗਿਆ, ਸਿਰਫ ਅੱਧੇ ਨੰਬਰ ਤੋਂ, ਪਤਾ ਨਹੀਂ ਕੀ ਕਾਰਨ ਬਣਿਆ। ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਵੇਖੋਗੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਇਸ ਕਰਕੇ ਭਗਤ ਜੀ ਕਹਿੰਦੇ ਕਬੀਰ ਕਾਰਨ ਵਪੜਾ ਕਿਆ ਕਰੈ, ਜੋ ਰਾਮ ਨ ਕਰੈ ਸਹਾਏ, ਜੇ ਜੇ ਡਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ। ਜਿਹੜੇ ਜਿਹੜੇ ਟਹਿਣੀ 'ਤੇ ਮੈਂ ਪੈਰ ਰੱਖਦਾ ਉਹ ਮੁੜ ਜਾਂਦੀ ਹੈ। ਇਸ ਕਰਕੇ ਅੱਜ ਦਾ ਜੋ ਪ੍ਰਸੰਗ ਹੈ ਉਸ ਨੂੰ ਸਮਝਣ ਵਾਸਤੇ ਕਿ ਸਿੱਖ ਨੇ ਸ਼ਬਦ ਨਾਲ ਆਪਣੇ ਆਪ ਨੂੰ ਜੋੜਨਾ ਹੈ। ਸ਼ਬਦ ਅਤੇ ਸੁਰਤ ਦਾ ਮਿਲਾਪ ਹੀ ਸਿੱਖ ਲਈ ਪੰਜ ਸ਼ਬਦਾਂ ਦਾ ਵੱਜਣਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਉਹ ਹਿਰਦੇ ਰੂਪੀ ਘਰ ਭਾਗਾ ਵਾਲਾ ਹੈ, ਜਿਹਦੇ ਅੰਦਰ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਮਿਲਵਾਂ ਸੁਰ ਵਾਲੀ ਜਿਹੜਾ ਰਸ ਜਾਂ ਆਨੰਦ ਪੈਦਾ ਹੋ ਗਿਆ। ਜਿਵੇਂ ਜੋਗੀ ਨੂੰ ਪੰਜ ਸਾਜ਼ਾਂ ਦੀ ਆਵਾਜ਼ ਸੁਣਦੀ ਹੈ, ਉਹ ਕਹਿੰਦਾ ਆਨੰਦ ਆ ਗਿਆ। ਅਤੇ ਇਸ ਤਰ੍ਹਾਂ ਦਾ ਆਨੰਦ ਸ਼ਬਦ ਨਾਲ ਜੁੜ ਕੇ ਸਿੱਖ ਨੂੰ ਪ੍ਰਾਪਤ ਹੋ ਜਾਣਾ।
ਫਿਰ ਕਹਿਣ ਲੱਗੇ ਘਰ ਸੁਭਾਗੈ ਸ਼ਬਦ ਵਾਜੇ, ਜਿਹਦੇ ਉਹ ਭਾਗਾਂ ਵਾਲਾ ਘਰ ਜਿਸ ਦੇ ਘਰ ਵਿੱਚ ਸ਼ਬਦ ਵੱਜਣ ਲੱਗ ਪਿਆ, ਪਾਓ ਕਿ ਗੁਰੂ ਸਾਹਿਬ ਦਾ ਸ਼ਬਦ ਹਿਰਦੇ ਚੱਲਣ ਲੱਗ ਪਿਆ। ਬਹੁਤ ਸਾਰੇ ਜਿਗਿਆਸੂ ਆਉਂਦੇ ਨੇ ਜਿਹੜੇ ਕਹਿੰਦੇ ਰਾਤ ਨੂੰ ਸੋ ਜਾਂਦੇ ਆ, ਸੋਹਿਲਾ ਸਾਹਿਬ ਚੱਲਦਾ ਰਹਿੰਦਾ, ਸਵੇਰੇ ਉੱਠਦੇ ਆ ਕੋਈ ਨਾ ਕੋਈ ਬਾਣੀ ਚੱਲਦੀ ਰਹਿੰਦੀ ਹੈ। ਹੁਣ ਬਾਣੀ ਨਾਲ ਪਿਆਰ ਪੈ ਗਿਆ ਹੈ, ਹੁਣ ਬਾਣੀ ਦੀ ਵਿਆਖਿਆ ਚੱਲਣ ਲੱਗ ਪਈ ਹੈ ਅੰਦਰ। ਮਹਾਰਾਜ ਕਹਿੰਦੇ ਨੇ ਘਰ ਸੁਭਾਗੈ, ਉਹ ਭਾਗਾਂ ਵਾਲਾ ਘਰ ਹੈ। ਕਹਿੰਦੇ ਨੇ ਸ਼ਬਦ ਵਾਜੇ, ਜਿਸ ਦੇ ਅੰਦਰ ਇਹ ਸ਼ਬਦ ਵੱਜ ਰਹੇ ਹਨ, ਪਾਓ ਕਿ ਸ਼ਬਦ ਸੁਣ ਰਿਹਾ ਗੁਰੂ ਦਾ। ਤੇ ਕਲਾ ਜਿਤ ਕਰ ਤਾਰਿਆ, ਜਿਸ ਵਿੱਚ ਪ੍ਰਭੂ ਨੇ ਆਪਣੀ ਸ਼ਕਤੀ ਪਾ ਰੱਖੀ ਹੈ, ਜਿਸ ਹਿਰਦੇ ਘਰ ਦੇ ਅੰਦਰ ਪਰਮਾਤਮਾ ਨੇ ਆਪਣੀ ਸੱਤਾ ਪਾ ਰੱਖੀ ਹੈ। ਇਸ ਹਿਰਦੇ ਘਰ ਵਿੱਚੋਂ ਗੁਰੂ ਦਾ ਸ਼ਬਦ ਸੁਣਨਾ, ਸਾਨੂੰ ਅੰਦਰੋਂ ਗੁਰੂ ਦਾ ਸ਼ਬਦ ਸੁਣਦਾ। ਅਸੀਂ ਕੋਈ ਗਲਤ ਕੰਮ ਕਰਦੇ ਹਾਂ, ਗੁਰੂ ਅੰਦਰੋਂ ਸਾਨੂੰ ਕਹਿੰਦਾ ਵੀ ਇਹ ਨਾ ਕਰ। ਜੇ ਕਹਿਣ ਲੱਗ ਪਿਆ ਸਮਝ ਲਓ ਜੀਵਨ ਹੁਣ ਚੰਗੇ ਪਾਸੇ ਲੱਗ ਗਿਆ। ਕੋਈ ਗਲਤ ਕੰਮ ਕਰਨ ਚੱਲਦਾ ਤੇ ਗੁਰੂ ਪਹਿਲਾਂ ਕਹਿ ਦਿੰਦਾ ਵੀ ਇਹ ਕੰਮ ਠੀਕ ਨਹੀਂ, ਬਾਅਦ 'ਚ ਮੈਨੂੰ ਨਾ ਆਖੀ ਵੀ ਇਹ ਕੰਮ ਕਰਿਆ, ਫਿਰ ਤੈਨੂੰ ਆਪਣੇ ਕੀਤੇ ਕਰਮਾਂ ਦਾ ਹਰਜਾਨਾ ਆਪ ਹੀ ਭੁਗਤਣਾ ਪਏਗਾ। ਫਿਰ ਨਾ ਦੋਸ਼ੀ ਠਹਿਰਾਈ, ਫਿਰ ਇਹ ਗੱਲ ਖਿਆਲ ਕਰ ਲਈ ਚੰਗੀ ਤਰ੍ਹਾਂ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਦੋਂ ਕੋਈ ਕੰਮ ਕਰੀਏ ਨਾ ਗੁਰੂ ਰੋਕੇ, ਗੁਰੂ ਆਖੇ ਅਨਕਾਏ ਰਾਤੜੀਆ ਬਾਟ ਦੁਹੇਲੀ ਰਾਮ, ਪਾਪ ਕਮਾ ਬੰਦਿਆਂ ਤੇਰਾ ਕੋਏ ਨਾ ਬੇਲੀ ਰਾਮ। ਇਹ ਗੱਲ ਸੁਣਦੇ ਹੀ ਸਾਰ ਮੈਂ ਅੰਦਰੋਂ ਕੰਬ ਜਾਵਾਂ, ਪਾਪ ਕਰਨ ਨੂੰ ਮੇਰਾ ਮਨ ਨਾ ਕਰੇ। ਸਮਝ ਲਓ ਗੁਰੂ ਨੇ ਬੋਲ ਕੇ ਆਖਿਆ, ਗੁਰੂ ਦਾ ਸ਼ਬਦ ਹੁਣ ਅੰਦਰ ਵੱਜਣ ਲੱਗ ਪਿਆ, ਹੁਣ ਮੈਨੂੰ ਪਾਪ ਕਰਨ ਤੋਂ ਰੋਕ ਲਿਆ। ਇਹ ਸ਼ਬਦ ਵੱਜਣਾ ਤਾਂ ਭਾਗਾਂ ਵਾਲਾ ਹਿਰਦਾ ਹੈ ਇਹ, ਨਹੀਂ ਤੇ ਇਹ ਹਿਰਦਾ ਰੂਪੀ ਕਰ ਕੋਈ ਭਾਗਾਂ ਵਾਲਾ ਨਹੀਂ। ਭਾਵੇਂ 4 ਬੰਗਲੇ ਖਰੀਦ ਲਓ, ਭਾਵੇਂ 100 ਗੱਡੀਆਂ ਖਰੀਦ ਲਓ। ਤੁਸੀਂ ਸਮਝਦੇ ਹੋ ਕਿ 4 ਗੱਡੀਆਂ ਖਰੀਦ ਲਈਆਂ, 4 ਬੰਗਲੇ ਖਰੀਦ ਲਏ, ਅਸੀਂ ਭਾਗਾਂ ਵਾਲੇ ਬਣ ਗਏ। ਨਹੀਂ ਨਹੀਂ, ਔਰ ਸਾਡੇ ਭਾਗਾਂ ਵਾਲਾ ਘਰ ਉਹੀ ਹੈ ਜਿਸ ਨੇ ਅਸਲ ਵਿੱਚ ਸ਼ਬਦ ਨੂੰ ਗੁਰੂ ਦੇ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਔਰ ਗੁਰੂ ਦਾ ਸ਼ਬਦ ਉਹਨੂੰ ਪ੍ਰੇਰਨਾ ਕਰਨ ਲੱਗ ਪਿਆ। ਸ਼ਬਦ ਪ੍ਰੇਰਨਾ ਕਰਦਾ ਸਾਨੂੰ। ਇਹ ਗੱਲ ਵੱਖਰੀ ਹੈ ਕਿ ਗੁਰੂ ਕੇ ਸ਼ਬਦ ਨੂੰ ਅਣਡਿੱਠ ਕਰ ਦਿੰਦੇ ਹਨ, ਅਣਸੁਣਾ ਕਰ ਦਿੰਦੇ ਹਾਂ। ਬਹੁਤ ਸਾਰੇ ਸ਼ਬਦ ਨੇ ਸਾਨੂੰ ਸੁਣਦੇ ਨੇ। ਗੁਰਬਾਣੀ ਦੀ ਪ੍ਰੇਰਨਾ ਸਾਨੂੰ ਅੰਦਰੋਂ ਆਉਂਦੀ ਹੈ। ਇਹ ਗੁਰੂ ਸਾਹਿਬ ਦਾ ਇਹ ਸਬਕ ਮੈਂ ਸਤਸੰਗਤ ਵਿੱਚੋਂ ਸੁਣਿਆ ਸੀ, ਅਤੇ ਗੁਰੂ ਸਾਹਿਬ ਨੇ ਕੰਮ ਕਰਨ ਨੂੰ ਰੋਕਿਆ ਸੀ, ਮੈਂ ਕਰ ਰਿਹਾ ਹਾਂ। ਅੰਦਰੋਂ ਆਵਾਜ਼ ਵੀ ਆ ਰਹੀ ਨਹੀਂ ਕਰਨਾ ਚਾਹੀਦਾ, ਫਿਰ ਵੀ ਕਰ ਲੈਂਦਾ ਹਾਂ। ਸਾਡੇ ਨਾਲ ਹੁੰਦਾ ਨਾ ਇਸ ਵੇਲੇ ਕਈ ਵਾਰੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਨੇ ਇਸ ਹਿਰਦੇ ਘਰ 'ਚ ਆਪਣੀ ਕਲਾ, ਆਪਣੀ ਸ਼ਕਤੀ ਟਿਕਾਈ ਹੋਈ ਹੈ। ਅਤੇ ਇਹ ਹਿਰਦਾ ਘਰ ਤਾਂ ਭਾਗਾਂ ਵਾਲਾ ਹੈ ਜੇ ਤੁਹਾਨੂੰ ਗੁਰੂ ਦਾ ਸ਼ਬਦ ਸੁਣੇ। ਫਿਰ ਕਹਿੰਦੇ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਹਰੀ ਐਸੇ ਆਨੰਦਮਈ ਹਿਰਦੇ ਵਾਲੇ ਪੁਰਸ਼ ਦੇ, ਜਿਹਨੇ ਇਹ ਆਨੰਦ ਹਾਸਲ ਕਰ ਲਿਆ ਹੈ। ਕਿਉਂਕਿ ਸ਼ਬਦ ਸੁਣੇਗਾ ਅੰਦਰੋਂ ਆਨੰਦ ਆਏਗਾ। ਕਈ ਵਾਰੀ ਆਪਾਂ ਬਾਣੀ ਸੁਣਦੇ ਕਹਿੰਦੇ ਅੱਜ ਬੜਾ ਆਨੰਦ ਆਇਆ ਸ਼ਬਦ ਸੁਣ ਕੇ। ਸ਼ਬਦ ਉਹੀ ਸੀ, ਅੱਗੇ ਧਿਆਨ ਨਾਲ ਨਹੀਂ ਸੁਣਿਆ ਸੀ, ਅੱਜ ਧਿਆਨ ਨਾਲ ਸੁਣਿਆ, ਸੁਰਤ ਜੁੜ ਗਈ, ਅੱਜ ਬੜਾ ਆਨੰਦ ਆਇਆ। ਧਿਆਨ ਨਾਲ ਸ਼ਬਦ ਸੁਣੀਏ ਨਾ। ਕਈ ਵਾਰੀ ਜਿਵੇਂ ਸ਼ਬਦ ਚੱਲ ਰਿਹਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਤਾਂ ਅੰਦਰੋਂ ਮਨ ਕਰਦਾ ਹਾਂ ਮੇਰੇ ਕੰਮ ਨੀਵੇਂ ਹਨ, ਭੈੜੇ ਕੰਮ ਕਰਦਾ ਮੈਂ, ਗੁਰੂ ਠੀਕ ਕਹਿ ਰਿਹਾ। ਫਿਰ ਅੰਦਰੋਂ ਅਰਦਾਸ ਵੀ ਨਿਕਲਦੀ, ਮਹਾਰਾਜ ਮੇਰੇ ਕਰਮਾਂ ਨੂੰ ਬਖਸ਼ ਲੈ। ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ। ਤੇਰੀ ਸਰਨ ਚਾਹੇ ਰੱਖ ਲੈ। ਅੰਦਰੋਂ ਅਰਦਾਸ ਨਿਕਲਦੀ ਹੈ ਦਿਲੋਂ। ਅਤੇ ਜਦੋਂ ਐਸੀ ਆਨੰਦਮਈ ਅਵਸਥਾ ਵਾਲਾ ਕੋਈ ਹਿਰਦਾ ਹੋਵੇ, ਜਿਸ ਹਿਰਦੇ 'ਚ ਇਹ ਆਨੰਦਮਈ ਅਵਸਥਾ ਬਣ ਜਾਏ, ਤਾਂ ਮਹਾਰਾਜ ਕਹਿੰਦੇ ਨੇ ਕਾਮ ਆਦਿਕ ਪੰਜੇ ਦੂਤ ਵਾਹਿਗੁਰੂ ਸਤਿਗੁਰੂ ਜੀ ਉਹਦੇ ਵਸ ਵਿੱਚ ਕਰ ਦਿੰਦੇ ਹਨ, ਕਾਬੂ 'ਚ ਕਰ ਦਿੰਦੇ ਨੇ। ਕਿ ਕਾਲ ਕੰਟਕ ਮਾਰਿਆ, ਡਰਾਉਣਾ ਕਾਲ, ਮੌਤ ਨੂੰ ਵੀ ਦੂਰ ਭਜਾ ਦਿੰਦਾ ਗੁਰੂ ਕਾ ਸ਼ਬਦ। ਆਪਾਂ ਪੜ੍ਹਦੇ ਹਾਂ ਨਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਜਦ ਪੜ੍ਹਦੇ ਹਾਂ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਇਹ ਪ੍ਰਤਾਪ ਕੋਈ ਹੋਰ ਨਹੀਂ, ਬਾਣੀ ਨਾਲ ਜੁੜ ਕੇ ਮਿਲਣਾ। ਜਦੋਂ ਅੰਦਰ ਹਿਰਦਾ ਸਿੰਗਾਰਿਆ ਜਾਏਗਾ, ਸਵਰ ਜਾਏਗਾ ਹਿਰਦਾ,
ਫਿਰ ਇਹ ਗੁਰੂ ਕਿਰਪਾ ਕਰਦਾ, ਇਹ ਜੀਵਨ 'ਚੋਂ 5 ਵਿਕਾਰਾਂ ਨੂੰ ਵਸ ਵਿੱਚ ਕਰ ਦਿੰਦਾ ਹੈ, ਮੌਤ ਦਾ ਡਰ ਦੂਰ ਕਰ ਦਿੰਦਾ ਹੈ। ਇਹ ਕਾਲ ਦੇ ਕੰਟਕ ਨੂੰ ਮਾਰ ਮੁਕਾਉਂਦਾ ਹੈ। ਕੰਟਕ ਦਾ ਅਰਥ ਹੁੰਦਾ ਕੰਡਾ, ਡਰਾਵਨਾ ਕੰਡਾ, ਦੁੱਖ ਦੇਣ ਵਾਲਾ ਇਹ ਕੰਡਾ। ਕਾਲ ਰੂਪੀ ਮੌਤ ਰੂਪੀ ਜਿਹੜਾ ਹਰ ਵੇਲੇ ਚੁਭਦਾ ਰਹਿੰਦਾ ਹੈ। ਥੋੜੇ ਸੇ ਬਿਮਾਰ ਹੋਏ, ਥੋੜੀ ਤਕਲੀਫ ਹੋਈ, ਅੰਦਰ ਕੰਡਾ, ਹਾਏ ਮਰਨਾ ਜਾਈਏ ਕਿਤੇ, ਡਾਕਟਰ ਕੋਲ ਛੇਤੀ ਚਲੀਏ। ਚੁਭਦਾ ਨਾ ਸਾਰਿਆਂ ਨੂੰ, ਸੱਚ ਹੈ ਕਿ ਨਹੀਂ ਹੈ? ਇਹ ਚੁਭਦਾ ਸਾਰਿਆਂ ਨੂੰ। ਜਦੋਂ ਆਪਾਂ ਗੁਰੂ ਚਰਨਾਂ ਨਾਲ ਜੁੜ ਜਾਵਾਂਗੇ ਫਿਰ ਸਮਝ ਆ ਜਾਵੇਗੀ ਜੋ ਉਮਰ ਮਿਲੀ ਹੈ, ਜੋ ਮਰਜ਼ੀ ਹੋ ਜਾਏ ਉਹ ਤੇ ਭੋਗਣੀ ਹੈ। ਇੱਕ ਵਾਰੀ ਉਚਾਰਨ ਕਰੋ ਸਤਨਾਮ, ਕਾਲ ਕੀ ਕਰ ਸਕੇਗਾ ਮੇਰਾ। ਫਿਰ ਮਹਾਰਾਜ ਜੀ ਕਹਿੰਦੇ ਨੇ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਨਾਮ ਨਾਲ ਆਪਣੇ ਯਤਨਾਂ ਨਾਲ ਨਹੀਂ ਜੁੜਿਆ ਜਾਣਾ। ਜਿਵੇਂ ਕਬੀਰ ਸਾਹਿਬ ਨੇ ਆਖਿਆ ਨਾ, ਕਬੀਰ ਕਾਰਨ ਬਪੜਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਜੇ ਵਾਹਿਗੁਰੂ ਮਦਦ ਨਹੀਂ ਕਰਨਗੇ ਨਾ, ਉਹ ਕਿਰਪਾ ਨਹੀਂ ਕਰਨਗੇ, ਨਾਮ ਨਾਲ ਨਹੀਂ ਜੁੜਿਆ ਜਾਣਾ, ਸ਼ਬਦ ਨਹੀਂ ਸੁਣਿਆ ਜਾਣਾ। ਇਹ ਕਿਰਪਾ ਤਾਂ ਅਸੀਂ ਸ਼ਬਦ ਸੁਣ ਰਹੇ ਬੈਠ ਕੇ ਇੱਥੇ। ਜਿਨ੍ਹਾਂ ਉੱਤੇ ਵਾਹਿਗੁਰੂ ਦੀ ਧੁਰੋਂ ਮਿਹਰ ਹੁੰਦੀ ਹੈ ਨਾ, ਤੇ ਫਿਰ ਕੀ ਹੁੰਦਾ, ਉਹ ਹਰੀ ਨਾਮ ਸਿਮਰਨ ਵਿੱਚ ਜੁੜਦੇ ਹਨ। ਸੇ ਨਾਮ ਹਰ ਕੈ ਲਾਗੇ, ਉਹ ਹਰੀ ਦੇ ਨਾਮ 'ਚ ਲੱਗਦੇ ਹਨ। ਫਿਰ ਲਾਸਟ ਪੰਕਤੀ 'ਚ ਕਹਿ ਦਿੱਤਾ, ਕਹਿ ਨਾਨਕ ਤਾਂ ਸੁਖ ਹੋਆ। ਨਾਨਕ ਆਖਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਵਿੱਚ ਤੀਜੇ ਜਾਮੇ ਵਿੱਚ ਬਚਨ ਆਖੇ ਗਏ ਕਿ ਉਹ ਸੁਭਾਗੇ ਹਿਰਦੇ ਰੂਪ ਘਰ ਵਿੱਚ ਸਦੀ ਵੀ ਸੁਖ ਵਾਲੀ ਅਵਸਥਾ ਵਾਪਰਦੀ ਹੈ ਤਾਂ ਸੁਖ ਹੋਆ। ਉੱਥੇ ਸੁਖ ਆ ਜਾਂਦਾ ਹੈ, ਸਦੀ ਵੀ ਸੁਖ ਵਾਲੀ ਅਵਸਥਾ ਬਣ ਜਾਂਦੀ ਹੈ। ਤਿਤ ਘਰ ਅਨਹਦ ਵਾਜੇ, ਉੱਥੇ ਅਨਹਦ ਸ਼ਬਦ ਵੱਜਦੇ ਹਨ, ਭਾਵ ਕਿ ਆਤਮਿਕ ਆਨੰਦ ਵਾਪਰਦਾ ਹੈ। ਆਪਾਂ ਸਮਝ ਲਿਆ ਸਾਰੇ ਸ਼ਬਦ ਵਿੱਚ ਕਿ ਆਤਮਿਕ ਆਨੰਦ ਸਾਡਾ ਕੀ ਹੈ, ਜੋਗੀਆਂ ਵਾਲਾ ਨਹੀਂ ਹੈ। ਸਾਡਾ ਤਾਂ ਸ਼ਬਦ ਨਾਲ ਸੁਰਤ ਨੂੰ ਜੋੜਨਾ, ਇਹ ਅਨਹਦ ਵਾਜੇ ਨੇ, ਇਹ 5 ਸ਼ਬਦ ਸੁਣਨੇ ਹਨ। ਗੁਰੂ ਕਿਰਪਾ ਕਰੇ ਜੋ ਅੱਜ ਦੇ ਦੀਵਾਨ 'ਚ ਵਿਚਾਰ ਕੀਤੀ ਹੈ ਸਾਡੇ ਸਾਰਿਆਂ ਦੇ ਸਮਝ ਵਿੱਚ ਆ ਜਾਏ। ਅਸੀਂ ਗੁਰਮਤਿ ਵਾਲੀ ਵਿਚਾਰਧਾਰਾ ਨੂੰ ਅਪਣਾ ਕਰਕੇ ਆਪਣੇ ਜੀਵਨ ਨੂੰ ਆਨੰਦਮਈ ਬਣਾ ਲਈਏ, ਤਾਂ ਕਿ ਹਿਰਦੇ ਰੂਪੀ ਘਰ ਦੇ ਵਿੱਚ ਆਤਮਿਕ ਸੁੱਖ ਸਾਡਾ ਬਣਿਆ ਰਹੇ। ਅਤੇ ਜਿਤਨਾ ਆਤਮਿਕ ਸੁੱਖ ਹਿਰਦੇ 'ਚ ਬਣਿਆ ਰਹੇਗਾ, ਉਸ ਦੇ ਨਾਲ ਕਹਿ ਸਕਾਂਗੇ ਕਿ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਇਤਨੇ ਵਚਨ ਪ੍ਰਵਾਨ, ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾ ਜਾਣਾ। ਗੁਰੂ ਕਾ ਕੋਈ ਵਚਨ ਚੰਗਾ ਲੱਗਿਆ ਹੋਵੇ, ਆਪ ਜੀਆਂ ਨੇ ਜੀਵਨ ਦਾ ਆਧਾਰ ਬਣਾ ਕੇ ਗੁਰੂ ਮਹਾਰਾਜ ਦੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਦੇ ਪਾਤਰ ਬਣਨਾ ਜੀ। ਫਤਿਹ ਦੀ ਸਾਨ ਕਰੋ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਕੱਲ੍ਹ ਅਤੇ ਪਰਸੋਂ ਦੇ ਦੀਵਾਨ ਵਿੱਚ 8 ਤੋਂ 9 ਗਿਆਨੀ ਸੁੱਚਾ ਸਿੰਘ ਜੀ ਪੋਲੈਂਡ ਵਾਲੇ, ਉਹਨਾਂ ਨੇ ਕਥਾ ਰਾਹੀਂ ਨਿਹਾਲ ਕਰਨਾ ਹੈ। ਆਪ ਸਾਰਿਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਓ ਆਨੰਦ ਸਾਹਿਬ ਦਾ ਪਾਠ, ਸਰਬਤ ਦੇ ਭਲੇ ਲਈ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੀ ਆਈਆਂ। ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰੇ ਤੂੰ ਸੁਧਾਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਰੋ ਕਰੇ ਤੇਰਾ ਘਰ ਸਭ ਸਵਾਰਨਾ। ਸਭਨਾ ਗੱਲਾਂ ਸਮਰਤ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪ੍ਰਸਾਦ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸਬਦ ਕਰ ਸਪਾਗੈ, ਕਰ ਸਪਾਗੈ ਸ਼ਬਦ ਵਾਜੀ। ਕਲਾ ਜਿਤ ਕਰ ਤਾਰਿਆ, ਪੰਜੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਜਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਸ ਕਰ ਅਨਹਦ ਵਾਜੇ।
ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਹਿ ਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵ ਸਤਿਗੁਰ ਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੁਮ ਪੈ ਅਰਦਾਸ ਜੀ ਰਹਿਣ ਤੋਂ ਭਰਾ ਤੁਮ